ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪੰਜਵਾ। ਵੇਦ ਪੁਕਾਰੈ ਮੁਖ ਤੇ ਪੰਡਤ, ਕਾ ਮਾਮਨ ਕਾ ਮਾਠਾ। ਮੋਨੀ ਹੋਏ ਬੈਠਾ ਏਕਾਂਤੀ, ਹਿਰਦੈ ਕਲਪਨ ਗਾਠਾ। ਵੇਦ ਪੁਕਾਰੈ ਮੁਖ ਤੇ ਪੰਡਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਬਾਦਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੀ ਪਿਆਰੀ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪੰਜਵਾ। ਮਾਰੂ ਰਾਗ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਵੇਦ ਪੁਕਾਰੈ ਮੁਖ ਤੇ ਪੰਡਤਾਂ। ਹੇ ਪੰਡਤ ਵਿਦਵਾਨ ਸੱਜਣਾ, ਤੂੰ ਮੂੰਹ ਤੋਂ ਤਾਂ ਵੇਦਾਂ ਨੂੰ ਉਚਾਰਨ ਕਰਦਾ ਹੈ। ਕਾਮਨ ਕਾ ਮਾਠਾ, ਅਤੇ ਆਪ ਕਮਾਉਣੇ ਦਾ ਮੱਠਾ ਹੈ, ਜਾਂ ਕਾਮਨਾ ਕਰਕੇ ਮਨ ਦਾ ਮੱਠਾ ਹੋ ਰਿਹਾ ਹੈ, ਜਾਂ ਕਾਮਨਾ ਕਰਕੇ ਮੰਨਣ ਕਰਨ ਵੱਲੋਂ ਮੱਠਾ ਪਿਆ ਹੈ। ਮੋਨੀ ਹੋਏ ਬੈਠਾ ਏਕਾਂਤੀ, ਮੌਨਧਾਰੀ ਹੋ ਕੇ ਇਕਾਂਤ ਥਾਂ ਤੇ ਬੈਠਦਾ ਹੈ। ਹਿਰਦੈ ਕਲਪਨ ਗਾਠਾ, ਪਰੰਤੂ ਤੇਰੇ ਹਿਰਦੇ ਤੇਰੇ ਚਿੱਤ ਵਿੱਚ ਕਲਪਨਾ ਦੀ ਗੰਢ ਬੰਨੀ ਹੋਈ ਹੈ, ਜਾਂ ਹਿਰਦੇ ਵਿੱਚ ਕਲਪਨਾ ਤੇ ਚਿੱਤ ਜੜ ਗ੍ਰੰਥੀ ਆਦਿਕ ਗੰਢਾਂ ਪਈਆਂ ਹੋਈਆਂ ਹਨ। ਹੋਏ ਉਦਾਸੀ ਗ੍ਰਹਿ ਤਜ ਚਲਿਓ, ਸੰਸਾਰ ਤੋਂ ਉਪਰਾਮ ਹੋ ਕੇ ਤੂੰ ਘਰ ਨੂੰ ਛੱਡ ਕੇ ਬਾਹਰ ਜੰਗਲਾਂ ਵੱਲ ਨੂੰ ਤੁਰ ਚੱਲਿਆ ਹੈ। ਛੁਟਕੈ ਨਾਹੀ ਨਾਠਾ, ਇਉਂ ਨੱਠਣੇ ਕਰਕੇ ਤ੍ਰਿਸ਼ਨਾ ਰੂਪ ਇਸਤਰੀ ਵੱਲੋਂ ਛੁਟਕਾਰਾ ਨਹੀਂ ਹੋਣਾ, ਜਾਂ ਇਉਂ ਨਾਠਾ ਦੌੜਨੇ ਕਰਕੇ ਤੂੰ ਛੁੱਟ ਨਹੀਂ ਸਕਦਾ ਹੈ। ਜੀ ਕੀ ਕੈ ਪਹਿ ਬਾਤ ਕਹਾ, ਇਹ ਪੰਡਤ ਮੈਂ ਆਪਣੇ ਜੀਵ ਆਤਮਾ ਦੇ ਉੱਪਰ ਦੀ ਕਿਸ ਦੇ ਕੋਲ ਗੱਲਬਾਤ ਕਹਾ ਕਿ ਆਪਣੇ ਹਿਰਦੇ ਦੀ ਗੱਲ ਉਸ ਦੇ ਕੋਲ ਦੱਸਾਂ ਜਿਹੜਾ ਆਪ ਸਾਰੇ ਬੰਧਨਾਂ ਤੋਂ ਛੁੱਟਿਆ ਹੋਵੇ। ਆਪ ਮੁਕਤ ਮੋਕਉ ਪ੍ਰਭ ਮੇਲੇ, ਜੋ ਗੁਰਮੁਖ ਜਨ ਆਪ ਮੁਕਤ ਹੋਵੇ ਅਤੇ ਮੈਨੂੰ ਪ੍ਰਭੂ ਵਾਹਿਗੁਰੂ ਦੇ ਨਾਲ ਮੇਲ ਦੇਵੇ। ਐਸੋ ਕਹਾਂ ਲਹ, ਅਜਿਹਾ ਗੁਰਮੁਖ ਜਨ ਮੈਂ ਸੰਸਾਰ ਵਿੱਚ ਕਿੱਥੋਂ ਲੱਭਣਾ ਕਰਾਂ।
ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਤਪਸੀ ਕਰ ਕੈ ਦੇਹ ਸਾਧੇ ਤਪੱਸਿਆ ਕਰਨ ਵਾਲਾ ਬਣ ਕੇ ਜਲ ਧਾਰੇ ਤੂਣੀਆਂ ਧੂਣੀਆਂ ਦਬਾਉਣੀਆਂ ਇਤਿਆਦਿਕ ਸਾਧਨਾਂ ਦੁਆਰਾ ਦੇਹੀ ਕਾਇਆ ਨੂੰ ਸਾਧਦਾ ਰਿਹਾ। ਮਨੁਆ ਦਹ ਦਿਸ ਧਨ ਪਰ ਜਿਹੜਾ ਮਨ ਸੀਗਾ ਉਹ ਦਸੋਂ ਦਿਸ਼ਾਵਾਂ ਦੇ ਪਦਾਰਥਾਂ ਦੇ ਵਿੱਚ ਦੌੜਦਾ ਰਿਹਾ ਤੇਰਾ। ਬ੍ਰਹਮਚਾਰ ਬ੍ਰਹਮਚਰਜ ਬ੍ਰਹਮਚਰਜ ਕੀਨਾ ਬ੍ਰਹਮਚਾਰੀ ਬਣ ਕੇ ਬ੍ਰਹਮਚਰਜ ਨੂੰ ਧਾਰਨ ਕੀਤਾ ਜਾਂ ਬ੍ਰਹਮਚਾਰੀ ਬਣ ਕੇ ਕਾਮ ਆਦਿਕ ਵਿਕਾਰਾਂ ਨੂੰ ਰੋਕ ਕੇ ਵਿਦਿਆ ਦਾ ਅਭਿਆਸ ਕੀਤਾ। ਹਿਰਦੈ ਭਇਆ ਗੁਮਾਨਾ ਪਰ ਹਿਰਦੇ ਚਿੱਤ ਵਿੱਚ ਜਤੀ ਸਤੀ ਹੋਣ ਦਾ ਹੰਕਾਰ ਹੋ ਗਿਆ। ਸੰਨਿਆਸੀ ਹੋਏ ਕਾ ਤੀਰਥ ਭ੍ਰਮਿਓ ਤਿਆਗੀ ਹੋ ਕਰਕੇ ਤੀਰਥਾਂ ਦੇ ਉੱਪਰ ਭਰਮਦਾ ਰਿਹਾ ਵਿਚਰਦਾ ਰਿਹਾ। ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋਤ ਕੇਦਾਰ ਨਹਾਈਐ ਗੋਮਤੀ ਸਹਿਸ ਗਊ ਦਾਨ ਕੀਜੈ। ਇਹ ਸਭ ਕੁਛ ਕਰਦਾ ਰਿਹਾ। ਉਸ ਮਹਿ ਕ੍ਰੋਧ ਬਿਗਾਨਾ ਉਸ ਬੇਗਿਆਤ ਵਿੱਚ ਕਾਮ ਕ੍ਰੋਧ ਹੀ ਅਸਥਿਤ ਰਹੇ ਜਾਂ ਉਸ ਵਿੱਚ ਕਾਮ ਕ੍ਰੋਧ ਹੋਣ ਕਰਕੇ ਬਿਗਾਨਾ ਉਪਰੇ ਜਮਾਂਦਾ ਹੀ ਹੋ ਕੇ ਰਹਿ ਗਿਆ ਜਾਂ ਉਹਦੇ ਵਿੱਚ ਇਤਨਾ ਕ੍ਰੋਧ ਹੋ ਗਿਆ ਜੋ ਬੇਗਿਆਤ ਬੇਸਮਝੀ ਹੋ ਗਿਆ ਜਾਂ ਬੇਗਾਨਾ ਦਵੈਤ ਦੇ ਗਾਉਣ ਵਾਲਾ ਹੋ ਗਿਆ। ਘੂੰਗਰ ਬਾਧ ਭਏ ਰਾਮਦਾਸਾ ਪੈਰਾਂ ਦੇ ਨਾਲ ਘੁੰਗਰੂ ਛੋਟਾ ਕੰਡਾ ਬੰਨ ਕੇ ਰਾਮਦਾਸੀਏ ਭੇਖ ਵਾਲੇ ਹੋ ਗਏ। ਇੱਕ ਪੰਥ ਦਾ ਨਾਮ ਹੈ ਜੋ ਨੱਚਦੇ ਨੇ। ਦੱਖਣ ਦੇਸ਼ ਵਿੱਚ ਇੱਕ ਪ੍ਰਸਿੱਧ ਮਤ ਹੈ ਜੋ ਗਾਲਬਨ ਦੱਖਣ ਵਿੱਚ ਹੋਏ। ਰਾਮਦਾਸ ਨਾਮੇ ਭਗਤ ਦੀ ਸੰਪਰਦਾ ਦੇ ਲੋਕ ਹਨ। ਸੋ ਇਸ ਤਰ੍ਹਾਂ ਇਹ ਰਾਮਦਾਸੀਏ ਭੇਖ ਵਾਲੇ ਹੋ ਗਏ ਤਾਂ ਕੀ ਹੋ ਗਿਆ? ਰੋਟੀਆਂ ਕੇ ਉਪਾਵਾ ਇਹ ਵੀ ਰੋਟੀਆਂ ਖਾਣ ਦੇ ਹੀ ਯਤਨ ਨੇ। ਇਹਨਾਂ ਕੋਲ ਵੀ ਕੋਈ ਪਰਮਾਰਥ ਦਾ ਯਤਨ ਨਹੀਂ ਹੈ। ਰੋਟੀਆਂ ਕਾਰਨ ਪੂਰਾ ਹੈ ਤਾਲ। ਸੋ ਜੋ ਤਾਲਾਂ ਨੂੰ ਬੋਲਦੇ ਤਾਲਾਂ ਦੇ ਉੱਪਰ ਨੱਚਦੇ ਨੇ ਗਾਉਂਦੇ ਨੇ ਉਹ ਸਭ ਰੋਟੀਆਂ ਦਾ ਹੀ ਜੁਗਾੜ ਹੈ। ਭਾਰਤ ਨੇਮ ਕਰਮ ਖਟ ਕੀਨੇ ਕਈਆਂ ਨੇ 24 ਇਕਾਦਸ਼ੀਆਂ ਦੇ ਵਰਤ ਰੱਖੇ ਯਮ ਨੇ ਮਾਦਕ ਸਾਧਨ ਕੀਤੇ ਅਤੇ 6 ਪ੍ਰਕਾਰ ਦੇ ਕਰਮ ਵੀ ਕੀਤੇ। ਬਾਹਰ ਪੇਖ ਦਿਖਾਵਾ ਪਰ ਇਹ ਸਭ ਬਾਹਰੋਂ ਪੇਖ ਬਣਾ ਕੇ ਹੀ ਵਿਖਾਉਣਾ ਕੀਤੇ। ਅੰਦਰੋਂ ਪਰਮੇਸ਼ਰ ਨਾਲ ਪ੍ਰੇਮ ਨਹੀਂ ਕੀਤਾ। ਭੇਖ ਦਿਖਾਈ ਜਗਤ ਕੋ ਲੋਗਨ ਕੋ ਬਸਕੀਨ ਅੰਧਕਾਰ ਕਾਤੀ ਕਟਿਓ ਬਾਸ ਨਰਕ ਮੋਲੀਨ। ਗੀਤਨਾਦ ਮੁਖ ਰਾਗ ਅਲਾਪੇ ਕਈ ਲੋਕ ਗੀਤਾ ਆਦਿਕ ਦੇ ਤਾਈਂ ਪੜ੍ਹਦੇ ਰਹਿੰਦੇ ਨੇ ਨਾਦ ਮਾਝਿਆਂ ਨੂੰ ਵਜਾਉਂਦੇ ਰਹਿੰਦੇ ਨੇ ਔਰ ਮੁਖੋਂ ਰਾਗ ਨੂੰ ਅਲਾਪਦੇ ਹਨ ਉਚਾਰਦੇ ਨੇ ਜਾਂ ਗੀਤ ਵਿਸ਼ਨ ਬਧਿਆਂ ਨੂੰ ਗਾਉਂਦੇ ਨੇ ਨਾਦ ਸੰਖ ਆਦਿਕਾਂ ਨੂੰ ਵਜਾਉਂਦੇ ਨੇ ਮੁਖੋਂ ਰਾਗ ਆਦਿਕਾਂ ਦਾ ਅਲਾਪ ਕਰਦੇ ਰਹਿੰਦੇ ਹਨ। ਮਨ ਨਹੀਂ ਹਰ ਹਰ ਗਾਵਾ ਪਰ ਮਨ ਚਿਤ ਨਾਲ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਜਸ ਨੂੰ ਗਾਉਣਾ ਨਹੀਂ ਕਰਦੇ। ਹਾਰਖ ਸੋਗਾ ਲੋਭ ਮੋਹ ਰਹਿਤ ਹੈ ਜੋ ਪਦਾਰਥ ਆਏ ਤੋਂ ਖੁਸ਼ੀ ਪਦਾਰਥ ਗਏ ਤੋਂ ਸੋਗ ਗਮ
ਪਦਾਰਥਾਂ ਦਾ ਲੋਭ ਲਾਲਚ ਸਰੀਰਾਂ ਦਾ ਮੋਹ ਆਦਿਕ ਤੋਂ ਰਹਿਤ ਹਨ। ਨਿਰਮਲ ਹਰ ਕੇ ਸੰਤਾ, ਉਹ ਉਜਲ ਹਰੀ ਪਰਮੇਸ਼ਰ ਦੇ ਸੰਤ ਮਹਾਤਮਾ ਜਨ ਹੀ ਹਨ। ਜਾਂ ਨਿਰਮਲ, ਮਲ ਮਖੇਪ ਅਵਰਨ ਆਦਿਕ ਦੀ ਮਲ ਮਹਿਲ ਤੋਂ ਰਹਿਤ ਨੇ, ਉਹ ਪਰਮੇਸ਼ਰ ਦੇ ਸੰਤ ਜਨ ਹਨ। ਤਰਨ ਕੀ ਧੂੜ ਪਾਏ ਮਨ ਮੇਰਾ, ਸੋ ਤਿੰਨਾਂ ਪਿਆਰਿਆਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਦਾ ਹੈ ਮੇਰਾ ਮਨ ਤਦੋਂ। ਜਾਂ ਦਇਆ ਕਰੇ ਭਗਵੰਤਾ, ਜਦ ਭਗਵੰਤਾ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਕਰੇ, ਜਦ ਵਾਹਿਗੁਰੂ ਕਿਰਪਾ ਦੀ ਦ੍ਰਿਸ਼ਟੀ ਕਰੇ, ਤਾਂ ਹੀ ਮੇਰਾ ਮਨ ਤਿੰਨਾਂ ਪਿਆਰਿਆਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਦਾ ਹੈ। ਕਹੋ ਨਾਨਕ ਗੁਰ ਪੂਰਾ ਮਿਲਿਆ, ਸਤਿਗੁਰੂ ਜੀ ਕਹੋ ਕਥਨ ਕਰਦੇ ਨੇ ਕਿ ਜਦ ਪੂਰਨ ਸਤਿਗੁਰੂ ਮਿਲਿਆ, ਤਾਂ ਉਤਰੀ ਮਨ ਕੀ ਚਿੰਤਾ, ਤਦੋਂ ਮਨ ਦੀ ਸਾਰੀ ਚਿੰਤਾ ਉਤਰ ਗਈ, ਦੂਰ ਹੋ ਗਈ। ਚਿੰਤਾ ਧਾਵਤ ਰਹਿ ਗਏ, ਮਨ ਮਹਿ ਭਏ ਆਨੰਦ। ਮੇਰਾ ਅੰਤਰ ਜਾਮੀ ਹਰ ਰਾਇਆ, ਮੇਰਾ ਅੰਦਰ ਦੀ ਜਾਣਨ ਵਾਲਾ ਰਾਇਆ ਪ੍ਰਕਾਸ਼ ਰੂਪ ਹਰੀ ਪਰਮੇਸ਼ਰ ਹੈ, ਜਾਂ ਰਾਜਾ ਰੂਪ ਪਰਮੇਸ਼ਰ ਹੈ। ਸਭ ਕਿਛ ਜਾਣੈ ਮੇਰੇ ਜੀ ਕਾ ਪ੍ਰੀਤਮ, ਮੇਰੇ ਹਿਰਦੇ ਦਾ ਪਿਆਰਾ ਪਰਮੇਸ਼ਰ ਸੰਸਾਰ ਵਿੱਚ ਵਰਤ ਰਹੇ ਵਰਤਾਰੇ ਬਾਰੇ ਸਭ ਕੁਝ ਜਾਣਦਾ ਹੈ ਕਿ ਕਿੱਥੇ ਕਿੱਥੇ ਕੀ ਹੋ ਰਿਹਾ ਹੈ, ਜਾਂ ਜੋ ਕੁਝ ਸੰਸਾਰ ਦੇ ਵਿੱਚ ਵਰਤ ਰਿਹਾ ਹੈ ਇਸ ਬਾਰੇ ਉਹ ਸਾਰਾ ਕੁਝ ਜਾਣਦਾ ਹੈ। ਬਿਸਰ ਗਏ ਬਖ ਬਾਇਆ, ਇਸ ਲਈ ਵਿਅਰਥ ਬਚਨ ਬੋਲਣੇ ਭੁੱਲ ਗਏ ਹਨ। ਰਹਾਉ ਦੂਜਾ, ਰਹਾਉ ਦੂਜਾ ਉਚਾਰ ਕੇ ਸਤਿਗੁਰਾਂ ਨੇ ਇਸ ਵਿੱਚ ਪ੍ਰਭੂ ਪ੍ਰਾਪਤੀ ਦਾ ਉੱਤਰ ਦਿੱਤਾ ਹੈ। ਮਾਰੂ ਮਹੱਲਾ ਪੰਜਵਾ, ਮਾਰੂ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸ਼ੋਭਾਮਨ ਉਪਦੇਸ਼ ਉਚਾਰ ਰਹੇ ਹਨ। ਕੋਟ ਲਾਖ ਸਰਬ ਕੋ ਰਾਜਾ, ਹੇ ਪਰਮੇਸ਼ਰ, ਹੇ ਵਾਹਿਗੁਰੂ ਜੀ, ਜਿਸ ਹਿਰਦੈ ਨਾਮ ਤੁਮਾਰਾ, ਜਿਸ ਦੇ ਹਿਰਦੇ ਚਿੱਤ ਵਿੱਚ ਤੇਰਾ ਪਵਿੱਤਰ ਨਾਮ ਵਸਦਾ ਹੈ, ਉਹ ਕਿਲਿਆਂ ਅਤੇ ਲੱਖਾਂ ਫੌਜਾਂ ਦਾ ਮਾਲਕ ਹੈ ਅਤੇ ਸਾਰਿਆਂ ਦਾ ਰਾਜਾ ਹੈ, ਜਾਂ ਸਰਬ ਸ੍ਰਿਸ਼ਟੀ ਦਾ ਮਾਲਕ ਹੈ, ਜੋ ਲੱਖਾਂ ਜੂਨਾਂ ਵਿੱਚ ਪਾਉਣ ਵਾਲੇ ਕਰੋੜਾਂ ਸੰਕਲਪ ਫੁਰਦੇ ਨੇ, ਉਹਨਾਂ ਸਾਰਿਆਂ ਦਾ ਪਾਤਸ਼ਾਹ ਬਣ ਜਾਂਦਾ, ਭਾਵ ਸਭ ਨੂੰ ਆਪਣੇ ਅਧੀਨ ਕਰ ਲੈਂਦਾ ਹੈ। ਜਾਂ ਉਹ ਲੱਖਾਂ ਹੀ ਕਿਲਿਆਂ ਅਤੇ ਸਾਰੇ ਜੀਵਾਂ ਦਾ ਰਾਜਾ ਹੈ, ਜਾਂ ਲੱਖਾਂ ਕਰੋੜਾਂ ਪਦਾਰਥਾਂ ਅਤੇ ਸਾਰੇ ਜੀਵਨ ਦਾ ਰਾਜਾ ਹੈ। ਜਾਂ ਕਉ ਨਾਮ ਨਦੀਆ ਮੇਰਾ ਸਤਿਗੁਰ, ਹੇ ਪਰਮੇਸ਼ਰ, ਜਿਨ੍ਹਾਂ ਪੁਰਖਾਂ ਨੂੰ ਮੇਰੇ ਸਤਿਗੁਰੂ ਸਾਹਿਬ ਜੀ ਨੇ ਤੇਰਾ ਅੰਮ੍ਰਿਤ ਨਾਮ ਨਹੀਂ ਦਿੱਤਾ, ਸੇ ਮਰ ਜਨਮ ਹੰਗਾਵਾਰਾ, ਉਹ ਬੇਸਮਝ ਪੁਰਖ ਜੰਮਦੇ ਮਰਦੇ ਰਹਿੰਦੇ ਨੇ, ਮੌਤ ਦੇ ਮਾਰੇ ਮਰਦੇ, ਤੇ ਵਾਸਨਾ ਵਧਾ ਆਵੇ ਜਾਵੇ, ਵਾਸਨਾ ਦੇ ਵਧੇ ਸੰਸਾਰ ਵਿੱਚ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨ। ਮੇਰੇ ਸਤਿਗੁਰ ਹੀ ਪਤ ਰਾਖ, ਇਹ ਪਰਮੇਸ਼ਰ, ਮੇਰੇ ਪੂਰੇ ਸਤਿਗੁਰੂ ਹੀ ਮੇਰੀ ਲੋਕ ਪਰਲੋਕ ਦੇ ਵਿੱਚ ਇੱਜ਼ਤ ਰੱਖਣ ਵਾਲੇ ਹਨ। ਚੀਤ ਆਵਹਿ ਤਬ ਹੀ ਪਤ ਪੂਰੀ, ਹੇ ਪਰਮੇਸ਼ਰ, ਤੂੰ ਚਿਤ ਆਵਹਿ, ਤੇਰੀ ਮਾਇਆ ਤੂੰ ਚੇਤੇ ਆਉਂਦਾ ਹੈ, ਤਦੋਂ ਹੀ ਤੇਰੀ ਕਿਰਪਾ ਹੁੰਦੀ ਹੈ ਅਤੇ ਮੇਰੀ ਇੱਜ਼ਤ
ਪੂਰੀ ਨਿਭ ਸਕਦੀ ਹੈ। ਨਹੀਂ ਤਾਂ ਇਸ ਸੰਸਾਰ ਦੇ ਵਿੱਚ ਪੈਸਾ ਜਿੰਨਾ ਮਰਜ਼ੀ ਕਮਾ ਲਓ, ਘਰ ਜਿੰਨਾ ਮਰਜ਼ੀ ਸੋਹਣਾ ਬਣਾ ਲਓ, ਖਾਣ ਪੀਣ ਨੂੰ ਜਿੰਨਾ ਮਰਜ਼ੀ ਵਧੀਆ ਜੁਗਾੜ ਕਰ ਲਓ, ਕੱਪੜੇ ਕਿੰਨੇ ਮਰਜ਼ੀ ਸੋਹਣੇ ਪਾ ਲਓ, ਪਰ ਇੱਜ਼ਤ ਬਚਾਉਣੀ ਔਖੀ ਹੈ। ਇਸ ਲਈ ਜਦੋਂ ਤੇਰੀ ਕਿਰਪਾ ਹੋਵੇ, ਤੇਰਾ ਨਾਮ ਚੇਤੇ ਆਵੇ, ਤਾਂ ਤੇਰੀ ਕਿਰਪਾ ਹੁੰਦੀ ਹੈ, ਤਾਂ ਹੀ ਮੇਰੀ ਇੱਜ਼ਤ ਪੂਰਨ ਨਿਭ ਸਕਦੀ ਹੈ। ਜਾਂ ਇਸੇ ਪ੍ਰਕਾਰ ਚੀਤ ਆਵਹਿ ਤਬ ਹੀ ਪਦ ਪੂਰੀ। ਇਹ ਪਤੀ ਪਰਮੇਸ਼ਰ ਤਦੋਂ ਹੀ ਤੇਰੀ ਪੂਰੀ ਭਗਤੀ ਹੋ ਸਕਦੀ ਹੈ, ਜਦ ਤੋਂ ਸਾਡੇ ਚਿੱਤ ਵਿੱਚ ਚੇਤੇ ਆਉਂਦਾ ਹੈ। ਬਿਸਰਤ ਰਲੀਐ ਖਾਕ। ਤੈਨੂੰ ਭੁੱਲਣੇ ਕਰਕੇ ਪ੍ਰਤੱਖ ਖਾਕ ਧੂੜ ਦੇ ਜਾਂ ਲਾਹਣਤਾ ਰੂਪੀ ਧੂੜ ਜਾਂ ਟੇਢੀਆਂ ਜੂਨਾਂ ਰੂਪ ਖਾਕ ਦੇ ਵਿੱਚ ਮਿਲ ਜਾਈਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਰੂਪ ਰੰਗ ਖੁਸ਼ੀਆਂ ਮਨ ਭੋਗਣ। ਜਿਤਨੇ ਦੁਨੀਆ ਦੇ ਸੋਹਣੇ ਰੂਪ, ਖੁਸ਼ੀਆਂ ਜਾਂ ਸੁੰਦਰ ਰੂਪਾਂ ਨੂੰ ਵੇਖਣਾ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਖੁਸ਼ੀਆਂ ਅਤੇ ਮਨ ਵਿੱਚ ਪਦਾਰਥਾਂ ਨੂੰ ਭੋਗਣ ਦੀ ਇੱਛਾ ਹੈ, ਜਾਂ ਸਰੀਰ ਦਾ ਰੂਪ ਸੰਭਾਲ ਕੇ ਰੱਖਣਾ, ਚਿਹਰੇ ਨੂੰ ਸੁੰਦਰ ਬਣਾਉਣ ਲਈ ਬਾਹਰ ਦੇ ਚਮਕੀਲੇ ਪਦਾਰਥ ਲਾ ਕੇ ਸੁੰਦਰਤਾ ਦਿਖਾਉਣੀ ਅਤੇ ਮਨ ਦੀਆਂ ਖੁਸ਼ੀਆਂ ਦਾ ਭੋਗਣਾ ਹੈ। ਤੇ ਸਿਦਰ ਵਿਕਾਰ। ਉਤਨੇ ਹੀ ਉਹ ਸਭ ਕੁਝ ਕਾਮ ਆਦਿਕ ਵਿਕਾਰਾਂ ਦੇ ਛਿਦਰ ਦੋਸ਼ ਪੈਦਾ ਕਰਨ ਵਾਲੇ ਹਨ। ਹਰ ਕਾ ਨਾਮ ਨਿਧਾਨ ਕਲਿਆਣ। ਹਰੀ ਪਰਮੇਸ਼ਰ ਦਾ ਨਾਮ ਰੂਪ ਜੋ ਖਜ਼ਾਨਾ, ਇਹ ਸਾਰੀਆਂ ਬੈਕੁੰਠ ਕੇਵਲ ਮੋਖ ਆਦਿਕ ਕਲਿਆਣ ਸੁੱਖਾਂ ਨੂੰ ਦੇਣ ਵਾਲਾ ਹੈ, ਜਾਂ ਸੁੱਖਾਂ ਦਾ ਖਜ਼ਾਨਾ ਹੈ। ਸੁਖ ਸਹਿਜ ਹੁਸਾਰਾ। ਇਹੋ ਨਾਮ ਸੁਦੇ ਸਿਧਿ ਸਾਰਾ ਸ੍ਰੇਸ਼ਟ ਆਨੰਦ ਦੇ ਦੇਣ ਵਾਲਾ ਹੈ, ਜਾਂ ਇਹੀ ਗਿਆਨ ਦੇ ਕੇ ਸਾਰਾ ਪੂਰਨ ਸੁਖ ਦੇਣ ਵਾਲਾ ਹੈ, ਜਾਂ ਇਹੀ ਸਾਰਾ ਪੂਰਨ ਅਚੁੱਤ ਸੁਖ ਦੇਣ ਵਾਲਾ ਹੈ। ਮਾਇਆ ਰੰਗ ਬਿਰੰਗ ਖਿਨ ਮਹਿ। ਮਾਇਆ ਦਾ ਆਨੰਦ ਇੱਕ ਖਿਨ ਵਿੱਚ ਇਉਂ ਬਿਰੰਗ ਬਿਰਸਾ ਹੋ ਜਾਂਦਾ ਹੈ। ਜਿਉਂ ਬਾਦਰ ਕੀ ਛਾਇਆ। ਜਿਵੇਂ ਬਦਲਾਂ ਦੀ ਛਾਂ ਹੁੰਦੀ ਹੈ, ਜਾਂ ਜਿਵੇਂ ਬਦਲਾਂ ਦੀ ਛਾਂ ਹਵਾ ਦੇ ਵਗਣੇ ਕਰਕੇ ਜਾਂ ਸੂਰਜ ਦੇ ਨਿਕਲਣੇ ਕਰਕੇ ਝਾਟੀ ਨਾਸ਼ ਹੋ ਜਾਂਦੀ ਹੈ, ਇਸੇ ਪ੍ਰਕਾਰ ਪੁੰਨ ਰੂਪੀ ਬੱਦਲ ਪ੍ਰਾਰਬਧ ਰੂਪੀ ਪਾਉਣ ਦੇ ਵਗਣੇ ਕਰਕੇ ਜਾਂ ਦੁੱਖ ਰੂਪ ਸੂਰਜ ਦੇ ਨਿਕਲਣੇ ਕਰਕੇ ਝਾਟੀ ਨਾਸ਼ ਹੋ ਜਾਂਦੇ ਹਨ। ਲੈ ਸੇ ਲਾਲ ਭਈ ਗੂੜ ਰੰਗ ਰਾਤੇ। ਉਹ ਲਾਲ ਭਾਵ ਪੂਰਨ ਗਿਆਨਮਾਨ ਹੋਏ ਹਨ ਅਤੇ ਭਗਤੀ ਰੂਪ ਗਾੜੇ ਮਜੀਠੀ ਰੰਗ ਦੇ ਵਿੱਚ ਰਤੇ ਗਏ ਨੇ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਧ ਤਿਨਾਂ ਕੇ ਪਾਸ ਤੋੜ ਤਿਨਾਂ ਕੇ, ਜੇ ਮਿਲੇ ਜੀ ਕਹੋ ਨਾਨਕੀ ਅਰਦਾਸ। ਜਿਨ ਗੁਰ ਮਿਲ ਹਰ ਹਰ ਗਾਇਆ। ਜਿਨ੍ਹਾਂ ਨੇ ਗੁਰਾਂ ਦੇ ਨਾਲ ਮਿਲ ਕੇ ਹਰੀ ਪਰਮੇਸ਼ਰ ਦੇ ਜਸ ਨੂੰ ਗਾਇਆ ਹੈ। ਊਚ ਮੂਚ ਅਪਾਰ ਸੁਆਮੀ। ਸੋ ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤੇ ਉਧਰ ਸੁਣਤੇ ਉਧਰ, ਬਿਨ ਸਹਿ ਪਾਪ ਕਨੇਰੇ। ਉਹ ਅਪਾਰ ਬੇਅੰਤ ਜੋ ਸੁਆਮੀ ਮਾਲਕ ਹੈ। ਊਚ ਮੋਚ ਉੱਚੀਆਂ ਦੋਵੇਂ ਉੱਚਾ ਹੈ, ਜਾਂ ਊਚ ਉੱਚੇ ਬ੍ਰਹਮਾ ਵਿਸ਼ਨੂੰ ਆਦਿਕਾਂ ਤੋਂ, ਜਾਂ ਉੱਚੇ ਵਿਰਾਟ ਅਭਿਆਕ੍ਰਿਤ ਹਿਰਨ ਗਰਭ ਆਦਿਕਾਂ ਤੋਂ ਵੀ ਉੱਚਾ ਹੈ, ਅਤੇ ਮੋਚ ਵਿਸਤਾਰ ਵਾਲਾ ਹੈ। ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਸਾਰਿਆਂ ਦਾ
ਸੁਆਮੀ ਮਾਲਕ ਹੈ। ਅਗਮ ਦਰਬਾਰਾ ਉਹ ਉਹਦਾ ਸਰੂਪ ਰੂਪੀ ਦਰਬਾਰ ਗਮਤਾਂ ਤੋਂ ਰਹਿਤ ਹੈ, ਜਾਂ ਕਿਸੇ ਦੀ ਵੀ ਉਹਦੇ ਦਰਬਾਰ ਦੇ ਵਿੱਚ ਆਪਣੇ ਆਪ ਪਹੁੰਚ ਨਹੀਂ ਹੈ। ਨਾਮੋ ਵਡਿਆਈ ਸੋਭਾ ਸੋ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਖਸਮ ਪਿਆਰਾ। ਕਿ ਜਿਨ੍ਹਾਂ ਗੁਰਮੁਖ ਜਨਾਂ ਨੂੰ ਮਾਲਕ ਪਰਮੇਸ਼ਰ ਪਿਆਰਾ ਲੱਗਦਾ ਹੈ, ਉਹਨਾਂ ਨੂੰ ਉਸ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਵਡਿਆਈ ਮਿਲਦੀ ਹੈ, ਅਤੇ ਨਾਮ ਜਪਣੇ ਕਰਕੇ ਹੀ ਭਗਤੀ ਕਰਨ ਦੀ ਸੋਭਾ ਮਹਿਮਾ ਪ੍ਰਾਪਤ ਹੁੰਦੀ ਹੈ। ਜਾਂ ਨਾਮ ਕਰਕੇ ਇਸ ਲੋਕ ਦੇ ਵਿੱਚ ਵਡਿਆਈ ਅਤੇ ਪਰਲੋਕ ਦੇ ਵਿੱਚ ਸ਼ੋਭਾ ਪ੍ਰਾਪਤ ਹੁੰਦੀ ਹੈ। ਇਸੇ ਪ੍ਰਕਾਰ ਨਾਮੋ ਵਡਿਆਈ ਸੋਭਾ, ਨਾਨਕ ਖਸਮ ਪਿਆਰਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਗੁਰਮੁਖ ਜਨ ਮਾਲਕ ਪਰਮੇਸ਼ਰ ਨੂੰ ਪਿਆਰਾ ਹੈ, ਜੋ ਨਾਮ ਅੰਮ੍ਰਿਤ ਦੀ ਵਡਿਆਈ ਅਤੇ ਨਾਮ ਦੀ ਸ਼ੋਭਾ ਨੂੰ ਗੁਰਾਂ ਦੇ ਪਾਸੋਂ ਮੰਗਦਾ ਹੈ। ਮਾਰੂ ਮਹੱਲਾ ਪੰਜਵਾ। ਮਾਰੂ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਘਰ ਚੌਥਾ। ਚੌਥੇ ਸੁਰ ਤਾਲ ਦੇ ਵਿੱਚ ਇਹ ਸ਼ਬਦ ਉਚਾਰ ਰਹੇ ਨੇ। ਸਿੱਖਾਂ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਜੀ, ਪਰਮੇਸ਼ਰ ਨੇ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਕੀਤੀ ਹੈ, ਤੇ ਕਿ ਸਤਿਗੁਰੂ ਜੀ ਇਹ ਆਪ ਜੀ ਦੱਸੋ ਕਿ ਸ੍ਰਿਸ਼ਟੀ ਜਿਹੜੀ ਹੈ ਪੈਦਾ ਕਿਵੇਂ ਹੋਈ ਹੈ। ਜਿਵੇਂ ਸਿੱਧਾਂ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਵੀ ਸਵਾਲ ਕੀਤਾ ਸੀਗਾ, ਤਾਂ ਮਹਾਰਾਜ ਨੇ ਇਹ ਬਚਨ ਕੀਤਾ, ਭਾਈ ਕੋਈ ਗਾਂ ਦਾ ਜਾਂ ਬਲਦ ਨਹੀਂ ਹੈ ਜਿਹੜਾ ਸ੍ਰਿਸ਼ਟੀ ਨੂੰ ਧਰਤੀ ਨੂੰ ਚੁੱਕੀ ਫਿਰਦਾ ਹੈ, ਤੇ ਇਹ ਜਿਹੜੀ ਸ੍ਰਿਸ਼ਟੀ ਹੈ ਇਹ ਪਰਮੇਸ਼ਰ ਦੇ ਬਚਨ ਦੇ ਨਾਲ ਪੈਦਾ ਹੋਈ ਹੈ, ਅਤੇ ਉਹਦੇ ਨਾਮ ਦੇ ਤੇ ਧਰਮ ਦੇ ਆਸਰੇ ਹੀ ਧਰਤੀ ਦੇ ਉੱਪਰ ਟਿਕੀ ਹੋਈ ਹੈ। ਇਉਂ ਸਭਨਾਂ ਦਾ ਆਸਰਾ ਇੱਕ ਵਾਹਿਗੁਰੂ ਅਕਾਲ ਪੁਰਖ ਹੀ ਹੈ। ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਫਿਰ ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਇੰਜ ਸਤਿਗੁਰੂ ਜੀ ਨੇ ਸ੍ਰਿਸ਼ਟੀ ਤੇ ਧਰਤੀ ਦੇ ਚੁੱਕਣ ਬਾਰੇ ਸਿੱਧਾਂ ਨੂੰ ਬਚਨ ਸੁਣਾਇਆ। ਇਉਂ ਸਿੱਖਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਇਹ ਪਾਵਨ ਸ਼ਬਦ ਉਚਾਰ ਰਹੇ ਹਨ। ਇੱਕ ਓੰਕਾਰ। ਪਹਿਲਾ ਮੰਗਲ ਕਰਦੇ ਨੇ ਇੱਕ ਅਦੁੱਤੀ ਪਰਮੇਸ਼ਰ ਓੰਕਾਰ, ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਓੰਕਾਰ ਉਤਪਤੀ। ਇਹ ਭਾਈ ਓੰਕਾਰ ਪਰਮੇਸ਼ਰ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਪੈਦਾਇਸ਼ ਹੋਈ ਹੈ, ਜਾਂ ਓੰਕਾਰ ਸ਼ਬਦ ਤੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਕੀਆ ਦਿਨਸ ਸਭ ਰਾਤੀ। ਪਰਮੇਸ਼ਰ ਜਾਂ ਓੰਕਾਰ ਸ਼ਬਦ ਤੋਂ ਹੀ ਸਾਰੀਆਂ ਰਾਤਾਂ ਅਤੇ ਦਿਨਾਂ ਨੂੰ ਉਸ ਵਾਹਿਗੁਰੂ ਜੀ ਨੇ ਪੈਦਾ ਕੀਤਾ ਹੈ। ਕਲਗੀਧਰ ਮਹਾਰਾਜ ਦੇ ਬਚਨ ਨੇ, ਪ੍ਰਥਮੇ ਓੰਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੋਹ ਰਹਾ। ਕਹਿੰਦੇ ਨੇ ਨਾ ਸ੍ਰੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ। ਵੇਖੋ ਗੁਰਬਾਣੀ ਨਾਲ ਮਹਾਰਾਜ ਦੇ ਬਚਨ ਮਿਲ ਰਹੇ ਨੇ। ਇਹ ਪੰਜਵੇਂ ਪਾਤਸ਼ਾਹ ਜੀ ਉਚਾਰ ਰਹੇ ਨੇ ਕਿ ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ। ਜੋ ਵੀ ਪੈਦਾ ਹੋਇਆ ਹੈ ਸ੍ਰਿਸ਼ਟੀ ਦਾ ਜੀਵ ਜਾਂ ਦਿਨ ਅਤੇ ਰਾਤ, ਇਹ ਸਭ ਓੰਕਾਰ ਤੋਂ ਪੈਦਾ ਹੋਏ ਨੇ। ਤੇ ਦੱਖਣੀ ਓੰਕਾਰ ਦੇ ਵਿੱਚ ਵੀ
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ। ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ ਨੇ ਕਿ ਦੱਖਣੀ ਓੰਕਾਰ ਮਹੱਲਾ ਪਹਿਲਾ। ਕੋ ਓੰਕਾਰ ਸਤਿਗੁਰ ਪ੍ਰਸਾਦ। ਤੇ ਓੰਕਾਰ ਮਹਾਰਾਜ ਦੇ ਐਸੇ ਬਚਨ ਨੇ ਵੀ ਓੰਕਾਰ ਤੋਂ ਹੀ ਸਭ ਸ੍ਰਿਸ਼ਟੀ ਦੀ ਪੈਦਾਇਸ਼ ਹੋਈ ਹੈ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਵੀ ਗੁਰਬਾਣੀ ਨਾਲ ਮਿਲਦੇ ਨੇ। ਸਤਿਗੁਰੂ ਨਾਨਕ ਦੇਵ ਜੀ ਨੇ ਜੋ ਜਪਜੀ ਸਾਹਿਬ 'ਚ ਆਖਿਆ ਕੀਤਾ ਬਸਾਈ ਕੋ ਕਵਾਓ, ਉਹ ਕਵਾਊ ਬਚਨ ਕਿਹੜਾ ਸੀਗਾ? ਓੰਕਾਰ। ਪ੍ਰਥਮੇ ਓੰਕਾਰ ਤਿਨ ਕਹਾ ਸੋ ਧੁਨ ਪੂਰ ਜਗਤ ਮੂਲ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਨੇ ਓੰਕਾਰ ਅੱਖਰ ਉਚਾਰਿਆ। ਉਹਦੇ ਨਾਲ ਹੀ, ਉਸ ਆਵਾਜ਼ ਤੋਂ ਹੀ ਜਿੰਨੀ ਵੀ ਸ੍ਰਿਸ਼ਟੀ ਹੈ ਉਹ ਆਪਣੇ ਆਪ ਹੋਂਦ ਵਿੱਚ ਆ ਗਈ। ਬਹੁਤਾ ਲੰਮਾ ਚੌੜਾ ਸਮਾਂ ਨਹੀਂ ਲੱਗਾ। ਓੰਕਾਰ ਉਤਪਾਤੀ, ਪਰਮੇਸ਼ਰ ਤੋਂ ਸ੍ਰਿਸ਼ਟੀ ਦੀ ਪੈਦਾਇਸ਼ ਹੋਈ ਹੈ ਅਤੇ ਓੰਕਾਰ ਸ਼ਬਦ ਤੋਂ ਹੀ ਪੈਦਾ ਹੋਈ ਹੈ। ਦਿਨ ਅਤੇ ਰਾਤ ਸਭ ਓੰਕਾਰ ਸ਼ਬਦ ਤੋਂ ਹੀ ਬਣੇ ਹਨ। ਕੀਆ ਦਿਨ ਸਭ ਰਾਤੀ। ਸਾਧ ਸੰਗਤ ਜੀ, ਉਹ ਦਿਨ ਦੀ ਤਰ੍ਹਾਂ ਕੀ ਹੈ ਬ੍ਰਹਮ ਗਿਆਨ। ਜਿੰਨੇ ਵੀ ਧਾਰਮਿਕ ਗ੍ਰੰਥ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹ ਗੁਰੂ ਸਾਹਿਬ ਨੇ ਆਪ ਉਚਾਰੀ ਹੈ। ਅਤੇ ਰਾਤ ਦੀ ਤਰ੍ਹਾਂ ਗਿਆਨ ਜਿਹੜੀ ਮਾਇਆ ਹੈ, ਇਹ ਕਾਲਖ ਦੀ ਤਰ੍ਹਾਂ, ਗਿਆਨ ਦੀ ਤਰ੍ਹਾਂ, ਰਾਤ ਦੀ ਤਰ੍ਹਾਂ ਇਹ ਵੀ ਵਾਹਿਗੁਰੂ ਤੋਂ ਪੈਦਾ ਹੋਈ ਹੈ। ਵਣ ਤ੍ਰਿਣ ਤ੍ਰਿਭਵਨ ਪਾਣੀ। ਵਣ ਬ੍ਰਿਕਸ਼, ਤ੍ਰਿਣ ਘਾਹ, ਤ੍ਰਿਭਵਨ ਤਿੰਨੇ ਲੋਕ ਅਤੇ ਪਾਣੀ ਆਦਿਕ ਜਿੰਨੇ ਵੀ ਸਾਰੇ ਤੱਤ ਹਨ। ਚਾਰ ਵੇਦ ਚਾਰੇ ਖਾਣੀ। ਸਾਮ ਵੇਦ ਰਿਗ ਜਜੁਰ ਅਥਰ ਬਣ। ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ। ਇਹ ਚਾਰ ਵੇਦ ਅਤੇ ਚਾਰੇ ਖਾਣੀਆਂ ਭਵ ਅੰਡ ਜੀਰ ਸੇਦਜ ਤੇ ਉਤਪੁਜ। ਕੇ ਖਾਂ ਏਕ ਕਵਾਵੈ ਤੇ ਸਭ ਹੋਆ। ਖੰਡ ਦੀਪ ਸਭ ਲੋਆ। 9 ਖੰਡ 7 ਦੀਪ ਅਤੇ ਸਾਰੇ ਲੋਕ। ਏਕ ਕਵਾਵੈ ਤੇ ਸਭ ਹੋਆ। ਇੱਕ ਕਵਾਵੇ ਬਚਨ ਜਦ ਉਚਾਰਿਆ। ਕਿਹੜਾ ਬਚਨ? ਓੰਕਾਰ। ਤਾਂ ਓੰਕਾਰ ਬਚਨ ਉਚਾਰਨ ਕਰਨ ਤੋਂ ਹੀ ਸਾਰੇ ਪੈਦਾ ਹੋ ਗਏ। ਜਾਂ ਏਕ ਕਵਾਵੇ ਤੇ ਇੱਕ ਮਾਇਆ ਰੂਪੀ ਵਾਕ ਫੁਰਨੇ ਕਰਨ ਤੋਂ, ਸ਼ਬਦ ਤੋਂ ਹੀ ਸਾਰਾ ਸੰਸਾਰ ਇਹ ਪੈਦਾ ਹੋਇਆ ਹੈ। ਜਾਂ ਇੱਕ ਮਾਇਆ ਰੂਪੀ ਕਵਾਵੇ ਪੁਸ਼ਾਕ ਤੋਂ ਪੈਦਾ ਹੋਇਆ। ਜਾਂ ਇੱਕ ਓੰਕਾਰ ਵਾਕ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ ਹੈ। ਕਰਨ ਹਾਰਾ ਬੂਝਾ ਰੇ। ਹੇ ਭਾਈ, ਉਹ ਸਿਰਜਣਹਾਰ ਪਰਮੇਸ਼ਰ ਨੂੰ ਦਿਲ ਵਿੱਚ ਸਮਝਣਾ ਕਰੋ। ਸਤਿਗੁਰ ਮਿਲੈ ਤਾਂ ਸੂਝੈ ਰੇ। ਜਦ ਪੂਰਾ ਸਤਿਗੁਰੂ ਪ੍ਰਾਪਤ ਹੋ ਜਾਏ ਰੇ ਹੇ ਭਾਈ, ਤਦ ਹੀ ਉਹ ਪਰਮੇਸ਼ਰ ਸੁਝਦਾ ਹੈ, ਦਿਸਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਤ੍ਰੈ ਗੁਣ ਕੀਆ ਬਸਾਰਾ। ਰਾਜਸੀ, ਤਾਮਸੀ, ਸਾਂਦਗੀ, ਤਿੰਨਾਂ ਗੁਣਾਂ ਕਰਕੇ ਇਹ ਸਾਰਾ ਸੰਸਾਰ ਖਿਲਾਰਾ ਕੀਤਾ ਹੈ। ਭਾਵ ਇਹ ਸੰਸਾਰ ਵਿੱਚ ਤਮੋਗੁਣੀ ਜੀਵ ਨਰਕੀ ਨੇ, ਰਜੋਗੁਣੀ ਜੀਵ ਸਵਰਗ ਆਦਿਕ ਦਾ ਸੁੱਖ ਭੋਗਣ ਵਾਲੇ ਨੇ, ਸਤੋਗੁਣੀ ਜੀਵ ਬ੍ਰਹਮ ਲੋਕ ਆਦਿਕ ਵਿੱਚ ਵਸਣ ਵਾਲੇ ਨੇ। ਤਮੋ ਗੁਣ ਰੂਪ ਸੁਖੋਵਤ ਅਵਸਥਾ ਹੈ, ਰਜੋਗੁਣ ਰੂਪ ਸੁਪਨੇ ਅਵਸਥਾ ਹੈ ਅਤੇ ਸਤੋਗੁਣ ਰੂਪ ਜਾਗਰਤ ਅਵਸਥਾ ਹੈ। ਇਉਂ ਤਿੰਨਾਂ ਗੁਣਾਂ ਦੁਆਰਾ ਸਾਰਾ ਪਸਾਰਾ ਕੀਤਾ ਹੈ। ਇਸੇ ਪ੍ਰਕਾਰ ਤ੍ਰੈ ਗੁਣ ਕੀਆ ਪਸਾਰਾ। ਜੋ ਰਜੋ ਗੁਣ ਰੂਪ ਬ੍ਰਹਮਾ ਹੈ,
ਇਹਦੇ ਦੁਆਰਾ ਸਾਧ ਸੰਗਤ ਜੀਓ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਤੇ ਸਤੋ ਗੁਣ ਵਿਸ਼ਨੂੰ ਹੈ। ਇਹਦੇ ਦੁਆਰਾ ਸਭ ਜੀਵਾਂ ਦੀ ਪਾਲਣਾ ਕੀਤੀ ਹੈ ਤੇ ਤਮੋ ਗੁਣ ਸ਼ਿਵ ਜੀ ਹੈ। ਇਹਦੇ ਦੁਆਰਾ ਜਿੰਨਾ ਵੀ ਪਸਾਰਾ ਹੈ ਉਹਨੂੰ ਸਮੇਟਿਆ ਹੋਇਆ ਹੈ। ਨਰਕ ਸੁਰਗ ਅਵਤਾਰਾ ਜੀਵ ਕਰਮਾਂ ਕਰਕੇ ਸਵਰਗਾਂ ਦੇ ਵਿੱਚ ਉਤਰਦੇ ਨੇ, ਨਰਕਾਂ ਦੇ ਵਿੱਚ ਉਤਰਦੇ ਜਾਂਦੇ ਨੇ, ਜਾਂ ਪਾਪੀ ਜੀਵ ਨਖੇਧ ਕਰਮਾਂ ਕਰਕੇ ਨਰਕਾਂ ਵਿੱਚ ਪਾਏ ਜਾਂਦੇ ਨੇ। ਸਕਾਮੀ ਪੁਰਖ ਸਕਾਮ ਕਰਮਾਂ ਕਰਕੇ ਸਵਰਗਾਂ ਵਿੱਚ ਪਾਏ ਜਾਂਦੇ ਨੇ। ਸਕਾਮ ਤੇ ਨਖੇਧ ਕਰਮ ਭਾਵ ਮਿਸ਼ਰਤ ਕਰਮ ਕਰਨ ਵਾਲੇ ਪੁਰਖ ਅਵਤਾਰਾ ਜਨਮ ਧਾਰ ਕੇ ਮਾਤ ਲੋਕ ਵਿੱਚ ਆਉਂਦੇ ਹਨ। ਹਉਮੈ ਆਵੈ ਜਾਈ ਇਹ ਜੀਵ ਹੰਗਤਾ ਕਰਕੇ ਬਾਰ-ਬਾਰ ਜੂਨਾਂ ਵਿੱਚ ਆਉਂਦੇ ਅਤੇ ਜਾਂਦੇ ਹਨ। ਮਨ ਟਿਕਣ ਨ ਪਾਵੈ ਰਾਈ ਇਸ ਕਰਕੇ ਜੀਵ ਦਾ ਜੋ ਮਨ ਹੈ, ਚਿੱਤ ਹੈ, ਰੰਜਕ ਮਾਤਰ ਵੀ ਟਿਕਣਾ ਨਹੀਂ ਪਾਉਂਦਾ। ਬਾਜ ਗੁਰੂ ਗੋਬਾਰਾ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਾਝ ਬਗੈਰ ਜੀਵਾਂ ਦੇ ਹਿਰਦੇ ਵਿੱਚ ਅਗਿਆਨ ਰੂਪ ਗਾੜਾ ਹਨੇਰਾ ਪਿਆ ਰਹਿੰਦਾ ਹੈ। ਮਿਲ ਸਤਿਗੁਰ ਨਿਸਤਾਰਾ ਪੂਰੇ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਹੀ ਜੀਵਨ ਦਾ ਸੰਸਾਰ ਸਮੁੰਦਰ ਤੋਂ ਨਿਸਤਾਰਾ ਤਰਨਾ ਹੁੰਦਾ ਹੈ। ਹਉ ਹਉ ਕਰਮ ਕਮਾਣੇ ਜੀਵ ਮੈਂ ਕਰਦੇ ਹੋਏ ਕਰਮ ਕਮਾਉਂਦੇ ਹਨ, ਜਾਂ ਜੀਵ ਕਹਿੰਦੇ ਨੇ ਕਿ ਅਸੀਂ ਕੁਝ ਹਾਂ। ਇਸੇ ਕਰਕੇ ਦੇਹ ਦੀ ਹੰਗਤਾ ਦੇ ਵਿੱਚ ਕਰਮਾਂ ਨੂੰ ਕਮਾਉਂਦੇ ਹਨ। ਜੀਵ ਹੁਣ ਹੰਗਤਾ ਦੇ ਨਾਲ ਕਰਮਾਂ ਨੂੰ ਕਮਾਉਂਦੇ ਨੇ ਅਤੇ ਅੱਗੇ ਨੂੰ ਵੀ ਹੰਗਤਾ ਦੇ ਸਹਿਤ ਕਰਮਾਂ ਨੂੰ ਕਮਾਉਣਾ ਕਰਨਗੇ, ਕਿਉਂਕਿ ਵਾਹਿਗੁਰੂ ਨੇ ਜਿਵੇਂ ਸਭਨਾ ਜੀਵਾਂ ਦੇ ਵਿੱਚ ਕੋਈ ਨਾ ਕੋਈ ਘਾਟ ਪੈਦਾ ਕੀਤੀ ਹੈ, ਯਾਨੀ ਉਹਨਾਂ ਨੂੰ ਰੋਗ ਲਾਇਆ ਤੇ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜਾ ਇਨਸਾਨ ਹੈ ਇਹਨੂੰ ਹਉਮੈ ਦੀਰਘ ਰੋਗ ਹੈ। ਇਹ ਦੀਰਘ ਰੋਗ ਹਉਮੈ ਦਾ ਲਾਇਆ ਹੈ। ਹਉਮੈ ਰੋਗ ਮਾਨਵ ਕੋ ਦੀਨਾ। ਸੋ ਬੰਦੇ ਨੂੰ ਹਉਮੈ ਦਾ ਰੋਗ ਦਿੱਤਾ ਹੈ। ਕਹਿਣ ਦਾ ਭਾਵ ਇਹ ਹੈ ਵੀ ਜਿਹੜੇ ਵੀ ਅੱਗੇ ਪੈਦਾ ਹੋਣਗੇ ਉਹ ਵੀ ਹੰਗਤਾ ਵਾਲੇ ਕਰਮਾਂ ਨੂੰ ਹੀ ਕਮਾਉਣਗੇ। ਤੇ ਬੰਦ ਗਲਾਣੇ ਫਿਰ ਉਹ ਕਰਮ ਜੀਵ ਦੇ ਗਲ ਦੇ ਵਿੱਚ ਗਲਾਣਾ ਬਹਿ ਕੇ, ਜਿਵੇਂ ਜਿਹੜਾ ਹਰਿਆ ਪਸ਼ੂ ਹੁੰਦਾ ਆਪ ਖੁਦਰਾ ਹੁੰਦਾ ਉਹਦੇ ਗਲ 'ਚ ਗਲਾਣਾ ਪਾ ਦਿੰਦੇ। ਇੱਕ ਵੱਡਾ ਸਾਰਾ ਪਾਵਾ ਉਹ ਰੱਸਾ ਬੰਨ੍ਹ ਕੇ ਉਹਦੇ ਗਲ ਦੇ ਵਿੱਚ ਪਾ ਦਿੰਦੇ, ਜਿਹੜਾ ਰੁਕੇ ਹੀ ਨਾ। ਜਦੋਂ ਭੱਜਦਾ ਤੇ ਗੋਡਿਆਂ 'ਚ ਵੱਜਦਾ, ਫਿਰ ਉਹ ਆਪਣੇ ਆਪ ਹੀ ਹੌਲੀ ਹੋ ਜਾਂਦਾ। ਇਉਂ ਜੀਵ ਦੇ ਗਲ 'ਚ ਗਲਾਣਾ ਬੰਧਨ ਰੂਪ ਹੋ ਕੇ ਪੈਂਦੇ ਨੇ। ਉਹੀ ਕਰਮ ਜਿਹੜੇ ਇਹ ਕਰਦਾ ਰਿਹਾ ਹੈ, ਯਾਨੀ ਫਾਹੀ ਬੰਨਣ ਵਾਲੇ ਹਨ। ਮੇਰੀ ਮੇਰੀ ਧਾਰੀ ਜੀਵ ਨੇ ਮੇਰੀ ਜਰ ਮੇਰੀ ਜੋਰੂ ਤੇ ਮੇਰੀ ਜ਼ਮੀਨ ਇਤਿਆਦਿਕ ਦੀ ਮੇਰ ਆਪਣੇ ਹਿਰਦੇ ਵਿੱਚ ਕੀਤੀ ਹੋਈ ਹੈ। ਓਹਾ ਪੈਰ ਲੋਹਾਰੀ ਉਹ ਮੇਰੀ ਜੀਵਾਂ ਦੇ ਮਨ ਬਦਰੂ ਪੈਰਾਂ ਦੇ ਵਿੱਚ ਲੋਹੇ ਦੀ ਬੇੜੀ ਪੈਂਦੀ ਹੈ। ਸੋ ਗੁਰ ਮਿਲਾਇਕ ਪਛਾਣੈ ਉਹ ਜੀਵ ਪੂਰੇ ਗੁਰਾਂ ਦੇ ਨਾਲ ਮਿਲਾਪ ਕਰਕੇ ਇੱਕ ਅਦਵੈਤ ਰੂਪ ਪਰਮੇਸ਼ਰ ਨੂੰ ਪਹਿਚਾਣਦਾ ਹੈ। ਜਿਸ ਹੋਵੈ ਪਗ ਮਥਾਣਾ ਜਿਸ ਦੇ ਮੱਥੇ ਤੇ ਨਿਸ਼ਕਾਮ ਕਰਮਾਂ ਦਾ ਲੇਖ ਲਿਖਿਆ ਹੋਵੇ। ਸੋ ਮਿਲਿਆ ਜੇ ਹਰ ਮਨ ਪਾਇਆ ਉਹ ਜੀਵ ਗੁਰਾਂ ਦੁਆਰਾ ਪਰਮੇਸ਼ਰ ਨਾਲ ਮਿਲਿਆ, ਜਿਹੜਾ ਹਰੀ ਪਰਮੇਸ਼ਰ ਦੇ ਮਨ ਵਿੱਚ ਚਿੱਤ ਵਿੱਚ ਭਾ ਗਿਆ
ਚੰਗਾ ਲੱਗਿਆ ਹੈ। ਸੋ ਭੁੱਲਾ ਜੇ ਪ੍ਰਭੂ ਭੁਲਾਇਆ। ਉਹ ਜੀਵ ਭੁੱਲਿਆ ਹੋਇਆ ਹੈ ਜਿਹੜਾ ਪਰਮੇਸ਼ਰ ਨੇ ਆਪ ਭੁਲਾਇਆ ਹੈ, ਜਾਂ ਜਿਸ ਨੂੰ ਅਗਿਆਨ, ਕੁਸੰਗਤ, ਮਨਮੁਖਤਾ ਕਰਕੇ ਕਰਮਾਂ ਦਾ ਫਲ ਦੇਣ ਲਈ ਭੁਲਾਉਣਾ ਕੀਤਾ ਹੈ। ਨਹ ਆਪੋ ਮੂਰਖ ਗਿਆਨੀ। ਆਪਣੇ ਆਪ ਕੋਈ ਬੇਸਮਝ, ਗਵਾਰ ਤੇ ਗਿਆਨਵਾਨ ਨਹੀਂ ਬਣ ਸਕਦਾ ਹੈ। ਜੇ ਕਰਾਵੈ ਸੋ ਨਾਮ ਵਖਾਨੀ। ਜਿਹੜਾ ਕੰਮ ਪਰਮੇਸ਼ਰ ਜੀਵ ਕੋਲੋਂ ਕਰਾਉਂਦਾ ਹੈ, ਉਸੇ ਕਰਮ ਅਨੁਸਾਰ ਜੀਵ ਦਾ ਮੂਰਖ ਜਾਂ ਗਿਆਨਵਾਨ ਨਾਮ ਕਥਨ ਕਰੀਦਾ ਹੈ। ਸੋ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਕੋਈ ਮੂਰਖ ਨਹੀਂ ਹੈ, ਕੋਈ ਸਿਆਣਾ ਨਹੀਂ ਹੈ, ਕੋਈ ਗਿਆਨੀ ਨਹੀਂ ਹੈ। ਜਿਹਨੂੰ ਵਾਹਿਗੁਰੂ ਜਿਸ ਤਰ੍ਹਾਂ ਦਾ ਬਣਾਉਂਦਾ ਹੈ ਉਸੇ ਤਰ੍ਹਾਂ ਦਾ ਹੀ ਉਹ ਬਣ ਜਾਂਦਾ ਹੈ। ਇਸੇ ਪ੍ਰਕਾਰ ਜੇ ਕਰਾਵੈ ਸੋ ਨਾਮ ਵਖਾਨੀ। ਜਿਸ ਦੇ ਪਾਸੋਂ ਪਰਮੇਸ਼ਰ ਨਿਸ਼ਕਾਮ ਕਰਮ, ਪਰਉਪਕਾਰ ਵਾਲੇ ਕੰਮ ਕਰਵਾਉਂਦਾ ਹੈ, ਉਹ ਪਰਮੇਸ਼ਰ ਦੇ ਨਾਮ ਨੂੰ ਕਥਨ ਕਰਦਾ ਹੈ, ਉਹ ਗਿਆਨਵਾਨ ਬਣ ਜਾਂਦਾ ਹੈ। ਤੇ ਜਿਹੜਾ ਹੰਗਤਾ ਦੇ ਸਹਿਤ ਕਰਮਾਂ ਨੂੰ ਕਮਾਉਂਦਾ ਹੈ, ਉਹ ਮੂਰਖ ਬਣ ਜਾਂਦਾ ਹੈ। ਤੇਰਾ ਅੰਤ ਨਾ ਪਾਰਾਵਾਰਾ। हे ਪਰਮੇਸ਼ਰ, ਆਰ ਪਾਰ ਕਰਕੇ ਤੇਰਾ ਅਖੀਰ ਨਹੀਂ ਪਾਇਆ ਜਾ ਸਕਦਾ। ਅੰਤ ਨਾ ਅੰਤਾ, ਸਦਾ ਬੇਅੰਤਾ, ਕਹੋ ਨਾਨਕ ਊਚੋ ਊਚਾ। ਜਨ ਨਾਨਕ ਸਦ ਬਲਹਾਰਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਦਾਸ ਆਪ ਜੀ ਦੇ ਉੱਪਰੋਂ ਸੈਂਕੜੇ ਵਾਰ ਸਦਾ ਹੀ ਬਲਿਹਾਰਾ ਕੁਰਬਾਨ ਜਾਂਦੇ ਹਾਂ। ਮਾਰੂ ਮਹੱਲਾ ਪੰਜਵਾ। ਮਾਰੂ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉਚਾਰ ਰਹੇ ਹਨ। ਮੋਹਨੀ ਮੋਹਿ ਲਿਏ ਤ੍ਰੈ ਗੁਨੀਆਂ। ਇਸ ਮੋਹ ਲੈਣ ਵਾਲੀ ਮਾਇਆ ਨੇ ਤਿੰਨੇ ਗੁਣਾਂ ਵਾਲੇ ਸਾਰੇ ਜੀਵ ਮੋਹਿਤ ਕਰ ਲਏ ਹਨ। ਕੋਈ ਇਹੋ ਜਿਹਾ ਨਹੀਂ ਜਿਹੜਾ ਇਸ ਮਾਇਆ ਨੇ ਮੋਹਿਤ ਨਾ ਕੀਤਾ ਹੋਏ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਬਿਨਾਂ ਹੀ ਦੰਦਾਂ ਤੋਂ ਜਗਤ ਨੂੰ ਖਾ ਲਿਆ ਹੈ। ਮਨਮੁਖ ਖਾਧੇ, ਗੁਰਮੁਖ ਉਬਰੇ, ਜਿਨੀ ਸਚ ਨਾਮ ਚਿਤ ਲਾਇਆ। ਮੇਲ ਲੋਭ ਵਿਆਪੀ ਝੂਠੀ ਦੁਨੀਆ। ਜਿਹੜੀ ਝੂਠੀ ਮਿਥਿਆ ਦੁਨੀਆ ਸ੍ਰਿਸ਼ਟੀ ਹੈ, ਇਹ ਮਾਇਆ ਦੇ ਲੋਭ ਲਾਲਚ ਵਿੱਚ ਲੱਗੀ ਹੋਈ ਹੈ। ਮੇਰੀ ਮੇਰੀ ਕਰ ਕੈ ਸੰਚੀ। ਜੀਵਾਂ ਨੇ ਜੋ ਮੇਰੀ ਮਾਇਆ ਜਾਂ ਮੇਰੀ ਮੇਰੀ ਕਰਕੇ ਮਾਇਆ ਇਕੱਤਰ ਕੀਤੀ ਸੀ। ਅੰਤ ਕੀ ਬਾਰ ਸਗਲ ਲੈ ਛਲਿਆ। ਉਹ ਅੰਤ ਦੀ ਵਾਰ ਸਾਰਿਆਂ ਨੂੰ ਛਾ ਲੈਂਦੀ ਹੈ, ਜਾਂ ਸਾਰਿਆਂ ਦੇ ਮਨਾਂ ਨੂੰ ਆਪਣੇ ਵਿੱਚ ਲੈ ਕੇ ਭਾਵ ਖਿੱਚ ਕੇ ਛਲ ਕਰਦੀ ਹੈ। ਨਿਰਭਉ ਨਿਰੰਕਾਰ ਦਇਲਿਆ। ਜੋ ਪਰਮੇਸ਼ਰ ਡਰ ਤੋਂ ਰਹਿਤ, ਨਿਰੰਕਾਰ ਸਰੂਪ ਅਤੇ ਦਿਆਲੂ ਸੁਭਾਅ ਵਾਲਾ ਹੈ। ਜੀ ਜੰਤ ਸਗਲੇ ਪ੍ਰਤਪਲਿਆ। ਉਹੀ ਸਥੂਲ ਜੀਵ, ਉਹੀ ਸੂਖਮ ਜੀਵ ਆਦਿਕ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ। ਬੰਦੇ ਨੂੰ ਭੁਲੇਖਾ ਹੈ ਕਿ ਪਤਾ ਨਹੀਂ ਸਾਨੂੰ ਮਾਇਆ ਪਾਲ ਰਹੀ ਹੈ। ਜੇ ਮਾਇਆ ਸਾਡੇ ਕੋਲ ਨਾ ਹੋਵੇ ਤੇ ਪਤਾ ਨਹੀਂ ਆਪਾਂ ਭੁੱਖੇ ਹੀ ਮਰ ਜਾਈਏ। ਇਸ ਕਰਕੇ ਖੋਹ ਖਿੰਝ ਕੇ ਵੀ ਆਪ ਦੀ ਬੋਝੀ ਭਰਨਾ ਚਾਹੁੰਦਾ ਹੈ। ਇਹਦੇ ਪਿੱਛੇ ਦੌੜ ਭੱਜ ਕਰਦਾ ਬੇਧਰਮਾ ਵੀ ਬਣ ਜਾਂਦਾ ਹੈ। ਬੇਦੀਨਾ ਕੀ ਦੋਸਤੀ, ਬੇਦੀਨਾ ਕਾ ਖਾਣ। ਕਾਹਦੇ ਵਾਸਤੇ ਵੀ ਇਹਨਾਂ ਪਾਸੋਂ ਮੈਨੂੰ ਪੈਸੇ ਮਾਇਆ ਮਿਲੇਗੀ। ਸਿਫਤੀ ਸਾਰ ਨ ਜਾਣਈ, ਸਦਾ ਵਸੈ ਸੈਤਾਨ। ਗਦਹੋ ਚੰਦਨ ਖੋਲੀਐ, ਪੀ ਸਾਹੂ ਸਿਉ ਬਾਣ। ਇਹ ਮਹਾਰਾਜ ਦੇ ਬਚਨ ਨੇ। ਇਹਦੇ ਮਨ 'ਚ ਭੁਲੇਖਾ ਪਿਆ ਹੋਇਆ। ਪਾਲਣ ਵਾਲਾ ਤਾਂ ਪਰਮੇਸ਼ਰ ਹੈ
ਤੇ ਪਰ ਇਹ ਮਾਇਆ ਦੇ ਪਿੱਛੇ ਲੱਗਾ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਏਕੈ ਸ਼ਰਮ ਕਰ ਗਾਡੀ ਗੜ੍ਹੈ। ਇੱਕ ਨਾ ਪੁਰਖਾਂ ਨੇ ਸ਼ਰਮ ਕਸ਼ਟ ਕਰਕੇ ਜਿਹੜੀ ਮਾਇਆ ਹੈ ਉਹ ਗੱਡ ਟੋਏ ਦੇ ਵਿੱਚ ਗੱਡੀ ਦਬੀ ਹੋਈ ਹੈ। ਪੁਰਾਣੇ ਸਮੇਂ 'ਚ ਬੈਂਕਾਂ ਨਹੀਂ ਸਨ ਹੁੰਦੀਆਂ, ਜਾਂ ਤਾਂ ਸ਼ਾਹੂਕਾਰ ਸਨ, ਅਤੇ ਜਾਂ ਲੋਕ ਕੰਧਾਂ ਕੋਲਿਆਂ ਦੇ ਵਿੱਚ ਜਾਂ ਪਿਛਲੇ ਕਮਰਿਆਂ ਦੇ ਵਿੱਚ ਕੱਚੀ ਜ਼ਮੀਨ ਟੋਆ ਪੁੱਟ ਕੇ ਉਹਨਾਂ ਨੂੰ ਦੱਬ ਦਿਆ ਕਰਦੇ ਸਨ। ਇੱਕ ਪੁਰਖ ਅਜਿਹੇ ਨੇ ਜੋ ਕਸ਼ਟ ਕਰਕੇ ਮਾਇਆ ਨੂੰ ਕਮਾਉਂਦੇ ਨੇ ਅਤੇ ਫਿਰ ਉਹਨੂੰ ਟੋਆ ਪੁੱਟ ਕੇ ਧਰਤੀ ਦੇ ਵਿੱਚ ਦੱਬੀ ਰੱਖਦੇ ਨੇ, ਅਤੇ ਉਹ ਭਾਵੇਂ ਗਲ ਜਾਏ ਸੜ ਜਾਏ ਉਹਨੂੰ ਵਰਤਣਾ ਨਹੀਂ ਹੈ, ਨਾ ਆਪਦੇ ਲਈ ਨਾ ਕਿਸੇ ਵਾਸਤੇ। ਨੋਟ ਭਾਵੇਂ ਚੂਹੇ ਟੁੱਕ ਜਾਣ ਅਤੇ ਪਰ ਉਹ ਕਿਸੇ ਕੰਮ ਦੇ ਵਿੱਚ ਨਹੀਂ ਲਿਆਉਣੇ, ਚੇਤਾ ਭੁੱਲ ਜਾਂਦਾ ਕਈ ਵਾਰ ਰੱਖ ਕੇ। ਇਸ ਵਾਸਤੇ ਇਹ ਸਾਡਾ ਸੁਭਾਵ ਹੈ। ਏਕ ਹੈ ਸੁਪਨ ਦਾਮ ਨ ਛੱਡ ਹੈ। ਇੱਕ ਪੁਰਖ ਸੁਪਨੇ ਵਿੱਚ ਵੀ ਦਮੜੀ ਨਹੀਂ ਛੱਡਦੇ ਹਨ। ਮਤਲਬ ਜੋ ਤਾਂ ਆਪਣੇ ਪਾਸ ਹੈ ਉਹਨੂੰ ਤਾਂ ਭੁੱਲ ਜਾਣਾ, ਇਹ ਤਾਂ ਮੇਰੇ ਕੋਲ ਹੀ ਹੈ, ਉਹਨੂੰ ਭਾਵੇਂ ਚੂਹੇ ਭਾਵੇਂ ਸਿਉਂਕ ਲੱਗ ਜਾਏ, ਭਾਵੇਂ ਜੋ ਮਰਜ਼ੀ ਹੋ ਜਾਏ। ਪਰ ਜਿਹੜਾ ਸੁਪਨਾ ਹੈ ਉਹ ਹੋਰ ਪੈਸੇ ਨੂੰ ਕਿਵੇਂ ਕਮਾਉਣਾ, ਚੋਰੀ ਕਿਵੇਂ ਕਰਨੀ, ਠੱਗੀ ਕਿਵੇਂ ਮਾਰਨੀ, ਝੂਠ ਕਿਵੇਂ ਬੋਲਣਾ, ਫਲਾਣੇ ਬੰਦੇ ਨੂੰ ਛਲਣਾ ਕਿਵੇਂ ਹੈ। ਤੋ ਇਸ ਤਰ੍ਹਾਂ ਦੇ ਜੁਗਾੜ ਸੁਪਨੇ ਵਿੱਚ ਲੜਾਉਂਦਾ ਹੈ। ਜੋ ਕੁਛ ਆਪਣੇ ਪਾਸ ਹੈ ਉਹਦੇ ਸੰਦੋਖ ਨਹੀਂ ਰੱਖਦਾ, ਉਹਨੂੰ ਭੁੱਲ ਜਾਂਦਾ ਹੈ ਅਤੇ ਹੋਰ ਵਾਸਤੇ। ਅਤੇ ਜਿਵੇਂ ਮਹਾਰਾਜ ਨੇ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਬਚਨ ਕੀਤਾ ਹੈ, ਪਾਤਸ਼ਾਹ ਜੀ ਕਥਨ ਕਰਦੇ, ਸਹਿਸ ਖੱਟੇ ਲੱਖ ਕੋਟ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ। ਹਜ਼ਾਰਾਂ ਖੱਟ ਕੇ ਅਤੇ ਲੱਖਾਂ ਨੂੰ ਦੌੜਦਾ ਹੈ। ਲੱਖਾਂ ਦੀ ਵੀ ਅੱਜ ਕੱਲ੍ਹ ਕੋਈ ਕੀਮਤ ਨਹੀਂ, ਕਰੋੜਾਂ ਦੀਆਂ ਗੱਲਾਂ ਮਾਰਦਾ। ਇਸ ਵਾਸਤੇ ਜਿਹੜੀ ਮਾਇਆ ਇਹ ਪਿੱਛੇ ਆਪਦੇ ਲਾਈ ਰੱਖਦੀ ਹੈ। ਜਿਹੜਾ ਮਨ ਹੈ ਇਹ ਦੌੜ ਭੱਜ ਕਰਕੇ ਇਹਦੇ ਮਗਰ ਲੱਗਾ ਹੋਇਆ ਹੈ ਅਤੇ ਸੰਦੋਖ ਦੇ ਵਿੱਚ ਨਹੀਂ ਆਉਂਦਾ ਹੈ, ਅੱਗੇ ਦੀ ਅੱਗੇ ਤੁਰਿਆ ਜਾ ਰਿਹਾ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਉ, ਕੋੜ ਜੋਰੇ ਲਾ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ। ਰਾਜ ਕਮਾਏ ਕਰੀ ਜਿਨ ਥੈਲੀ। ਸੋ ਅਸੀਂ ਤਾਂ ਦਿਹਾੜੀ ਟੱਪੇ ਵਾਲੇ ਬੰਦੇ ਹਾਂ, ਸਾਡੀ ਗੱਲ ਤਾਂ ਬੜੀ ਹੇਠਲੀ ਹੈ। ਅਤੇ ਬੜੇ ਵੱਡੇ ਜਿਹੜੇ ਰਾਜੇ ਨੇ ਜਿਨ੍ਹਾਂ ਦਾ ਅੰਤ ਹੀ ਕੋਈ ਨਹੀਂ, ਕਈਆਂ ਲੋਕਾਂ ਨੇ ਬੰਦੇ ਰੱਖੇ ਹੋਏ ਨੇ ਜਿਹਨੂੰ ਕਹਿੰਦੇ ਅਕਾਊਂਟੈਂਟ, ਪੈਸੇ ਗਿਣਨ ਵਾਸਤੇ। ਉਹ ਬੰਦਿਆਂ ਦੇ ਵੱਸੋਂ ਵੀ ਬਾਹਰ ਹੋ ਗਏ, ਉਹਨਾਂ ਕੰਪਿਊਟਰ ਅੱਗੇ ਲਾ ਲਏ ਨੇ। ਤੋ ਇਸ ਵਾਸਤੇ ਬੜੇ ਵੱਡੇ ਸਾਫਟਵੇਅਰ ਬਣਾਏ ਹੋਏ ਹਨ ਹਿਸਾਬ ਕਿਤਾਬ ਕਰਨ ਲਈ। ਇਉਂ ਰਾਜ ਕਮਾ ਕੇ ਪਾਵ ਰਜਵਾੜੀਆਂ ਦਾ ਮਾਲਕ ਬਣ ਕੇ ਜਿਨ੍ਹਾਂ ਨੇ ਮਾਇਆ ਦੀ ਕੁਥਲੀ ਇਕੱਠੀ ਕਰ ਲਈ ਹੈ। ਤਾਂ ਕੈ ਸੰਗ ਨਾ ਚੰਚਲ ਚਲਿਆ। ਉਹਨਾਂ ਦੇ ਨਾਲ ਇਹ ਚੰਚਲ ਮਾਇਆ ਉਹਨਾਂ ਨਾਲ ਵੀ ਨਹੀਂ ਚੱਲਦੀ। ਏਕ ਹੈ ਪ੍ਰਾਣ ਪਿੰਡ ਤੇ ਪਿਆਰੀ। ਇੱਕ ਇਹਨਾਂ ਨੂੰ ਆਪਣੇ ਪ੍ਰਾਣਾਂ ਤੋਂ ਵੀ ਪਿਆਰੀ ਹੈ, ਪਿੰਡ ਸਰੀਰ ਤੋਂ ਵੀ ਵੱਧ ਮਾਇਆ ਪਿਆਰੀ ਲੱਗ ਰਹੀ ਹੈ। ਏਕ ਸੰਚੀ ਤਜ ਬਾਪ ਮਹਤਾਰੀ। ਇੱਕ ਇਹਨਾਂ ਨੇ ਆਪਣੇ ਬਾਪ ਪਿਤਾ ਤੇ ਮਹਤਾਰੀ ਮਾਤਾ ਦੀ ਸੇਵਾ ਕਰਨੀ ਤਾਂ ਛੱਡ ਦਿੱਤੀ ਹੈ, ਤੇ ਜਿਹੜੀ ਮਾਇਆ ਹੈ ਉਹ ਇਕੱਠੀ ਕਰਨ ਦੇ ਵਿੱਚ ਲੱਗੇ ਹੋਏ ਹਨ। ਜੜ ਮਾਇਆ ਕੈਸ਼ ਮਨੀ ਦੇ ਪਿੱਛੇ ਭੱਜੇ ਫਿਰਦੇ ਨੇ। ਪਿਓ ਪਿੱਛੇ ਭਾਵੇਂ ਵਿਚਾਰਾ ਤਰਲੇ ਮਾਰਦਾ ਰਹੇ ਕਿ ਮੈਨੂੰ ਆ ਕੇ ਮਿਲ ਜਾ। ਤੋ ਇਸ ਤਰ੍ਹਾਂ ਚੇਤਨ ਮਾਇਆ ਦੇ ਪਿੱਛੇ ਮਾਂ ਪਿਓ ਦੀ ਸੇਵਾ ਛੱਡੀ ਹੋਈ ਹੈ। ਸੋਤਾ ਮੀਤ ਪ੍ਰਾਤ ਤੇ ਗੁਹ ਜੀ। ਇੱਕ ਨਾ ਨੇ ਸੁੱਤ ਸਪੁੱਤਰ ਮੀਤ ਮਿੱਤਰ ਤੇ ਭਰਾਵਾਂ ਤੋਂ ਵੀ ਲੁਕਾ ਕੇ ਰੱਖੀ ਹੋਈ ਹੈ। ਤਾਂ ਕੈ ਨਿਕਟਨ ਹੋਈ ਖਲੀਆ। ਪਰ ਅੰਤ ਦੇ ਸਮੇਂ ਉਹਨਾਂ ਦੇ ਨੇੜੇ ਵੀ ਮਾਇਆ ਖੜੀ ਨਹੀਂ ਹੋਈ, ਖਿਸਕ ਕੇ
ਪੁੰਨਾਂ ਵਾਲੇ ਬੰਦੇ ਕੋਲ ਚਲੀ ਜਾਂਦੀ ਹੈ। ਹੋਏ ਔਧੂ ਤਾਂ ਬੈਠੇ ਲਾਇ ਤਾਰੀ। ਇਹ ਤਾਂ ਰਾਜੇ ਮਹਾਰਾਜਿਆਂ ਦੀਆਂ ਜਾਂ ਆਮ ਗ੍ਰਸਤੀਆਂ ਦੀਆਂ ਗੱਲਾਂ ਸਨ। ਹੁਣ ਸਾਡੇ ਕੋੜਵੇਂ ਦੀ ਗੱਲ ਤੁਹਾਨੂੰ ਸੁਣਾਉਂਦੇ ਆ। ਸਤਿਗੁਰੂ ਜੀ ਕਹਿੰਦੇ ਇੱਕ ਅਵਧੂਤ ਤਿਆਗੀ ਹੋ ਕੇ, ਜਿਹੜੇ ਕੱਪੜੇ ਵੀ ਨਹੀਂ ਪਾਉਂਦੇ, ਰੋਟੀ ਵੀ ਨਹੀਂ ਖਾਂਦੇ, ਤੇ ਉਹਨਾਂ ਦੀਆਂ ਜੇਬਾਂ ਕਿੱਥੋਂ ਹੋਣੀਆਂ ਨੇ। ਇਹੋ ਜਿਹੇ ਲੋਕ ਜਿਹੜੇ ਹਮੇਸ਼ਾ ਕਿਸੇ ਵੱਲ ਵੇਖਦੇ ਵੀ ਨਹੀਂ, ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬੈਠਦੇ ਹਨ। ਜੋਗੀ ਜਤੀ ਪੰਡਤ ਵਿਚਾਰੀ। ਤੋ ਜਿਨ੍ਹਾਂ ਨੇ ਕੋਈ ਘਰ-ਬਾਰ ਵੀ ਨਹੀਂ ਬਣਾਇਆ, ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ ਚੌਂਕੜੇ ਮਾਰੇ ਹੋਏ ਨੇ, ਆਪਣੇ ਆਪ ਨੂੰ ਜੋਗ ਮਤ ਵਾਲੇ ਜੋਗੀ ਕਹਿਲਾਉਂਦੇ ਨੇ, ਤੇ ਜਿਨ੍ਹਾਂ ਦਾ ਕੋਈ ਟੱਬਰ ਟੋਰ ਵੀ ਨਹੀਂ ਹੈ, ਜਤੀ ਨੇ ਲੋਕ, ਤੇ ਪੰਡਤ ਬੜੇ ਬੜੇ ਵਿਦਿਆਵਾਨ ਹਨ ਅਤੇ ਪਰਮਾਰਥ ਦੀਆਂ ਬੜੀਆਂ ਬੜੀਆਂ ਸੋਹਣੀਆਂ ਗੱਲਾਂ ਸੁਣਾਉਣ ਵਾਲੇ ਵਿਚਾਰਵਾਨ ਵੀ ਕਹਾਉਂਦੇ ਨੇ। ਗਿਰ ਗ੍ਰਹਿ ਮੜੀ ਮਸਾਣੀ ਬਨ ਮਹ ਬਸਤੇ। ਪਰ ਜੋ ਘਰਾਂ ਦੇ ਵਿੱਚ ਗ੍ਰਸਤੀ ਰਹਿੰਦੇ ਨੇ ਤੇ ਮੜੀ ਕਬਰਾਂ ਦੇ ਵਿੱਚ, ਮਸਾਣਾਂ ਦੇ ਵਿੱਚ ਰਹਿਣ ਵਾਲੇ ਨੇ, ਅਤੇ ਜੋ ਬਨ ਜੰਗਲਾਂ ਦੇ ਵਿੱਚ ਵੱਸਦੇ ਹਨ। ਊਠ ਤਨਾ ਕੈ ਲੱਗੀ ਪਲੀਆ। ਇਹ ਜਿਹੜੀ ਮਾਇਆ ਹੈ ਉੱਠ ਕਰਕੇ ਤਿੰਨਾਂ ਸਾਰਿਆਂ ਦੇ ਹਿਰਦੇ ਰੂ ਪੱਲੇ ਦੇ ਵਿੱਚ ਲੱਗੀ ਹੋਈ ਹੈ। ਮਤਲਬ ਕਿਸੇ ਨੂੰ ਵੀ ਇਹਨੇ ਨਹੀਂ ਛੱਡਿਆ। ਕਬੀਰ ਜੀ ਨੇ ਗੱਲ ਹੀ ਮੁਕਾ ਦਿੱਤੀ। ਅਸੀਂ ਸੋਚਦੇ ਹਾਂ ਕਿ ਸ਼ਾਇਦ ਰੁਪਈਏ ਤੇ ਡਾਲਰ ਪਾਉਂਡ ਨੂੰ ਹੀ ਮਾਇਆ ਕਹਿੰਦੇ ਨੇ, ਪਰ ਕਬੀਰ ਜੀ ਨੇ ਭੁਲੇਖਾ ਕੱਢਿਆ ਹੈ। ਕਹਿੰਦੇ ਨੇ, ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਜਿਸ ਨੂੰ ਪਰਮਾਤਮਾ ਨੇ ਪੇਟ ਲਾ ਦਿੱਤਾ, ਮਾਇਆ ਤਾਂ ਨਾਲ ਹੀ ਚਮੇੜ ਦਿੱਤੀ। ਤੁਸੀਂ ਢਿੱਡ ਨੂੰ ਲਾ ਕੇ ਕਿੱਥੇ ਸੁੱਟੋਗੇ ਦੱਸੋ? ਕੋਈ ਢਿੱਡ ਨੂੰ ਸੁੱਟ ਸਕਦਾ? ਇਹਦੀ ਅੱਗ ਬੁਝਾਉਣ ਲਈ ਕੁਛ ਨਾ ਕੁਛ ਤਾਂ ਜੁਗਾੜ ਕਰਨਾ ਹੀ ਪਊਗਾ। ਭਾਵੇਂ ਝੂਠ ਬੋਲੇ ਤੇ ਭਾਵੇਂ ਸੱਚ ਬੋਲੇ, ਉਹੀ ਤਾਂ ਮਾਇਆ ਹੈ। ਤੈਨੂੰ ਭਰਨ ਵਾਸਤੇ ਜੋ ਹੱਥ ਮੂੰਹ ਨੂੰ ਜਾਣਾ ਹੈ, ਇਹੀ ਮਾਇਆ ਹੈ। ਤੇ ਜਿੰਨਾ ਚਿਰ ਇਨਸਾਨ ਜਿਉਂਦਾ ਹੈ, ਇਹਨੂੰ ਭਰਨਾ ਪਏਗਾ, ਇਹਦੀ ਅੱਗ ਬੁਝਾਉਣੀ ਪਏਗੀ, ਕੁਛ ਨਾ ਕੁਛ ਕਰਨਾ ਪਏਗਾ। ਤੇ ਇਸ ਲਈ ਕਬੀਰ ਜੀ ਕਹਿੰਦੇ ਗੱਲ ਨੂੰ ਸਮਝੋ। ਕਹਿਣ ਦਾ ਭਾਵ ਇਹ ਹੈ, ਕਬੀਰ ਮਾਇਆ ਤਜੀ ਤਉ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਹੰਕਾਰ ਵੀ ਇੱਕ ਮਾਇਆ ਹੈ ਕਿ ਮੈਂ ਤਿਆਗੀ ਹਾਂ, ਮੈਂ ਵੈਰਾਗੀ ਹਾਂ, ਮੈਂ ਆ ਨਹੀਂ ਖਾਂਦਾ, ਮੈਂ ਉਹ ਨਹੀਂ ਖਾਂਦਾ, ਮੈਂ ਇਸ ਤਰ੍ਹਾਂ ਨਹੀਂ ਕਰਦਾ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮਰ ਮਨ ਮਾਨ ਮੁਨੀ ਵਰ ਮਾਨ ਗਲੇ, ਮਾਨ ਸਭੈ ਕੋ ਖਾਏ। ਬੜੇ ਬੜੇ ਮੁਨੀ ਜਨ ਇਸ ਮਾਇਆ ਦੇ ਗਾਲੇ ਹੋਏ ਗਲ ਗਏ, ਹੰਕਾਰ ਦੇ ਵਿੱਚ ਮਸਤ ਹੋ ਗਏ। ਮਤਲਬ ਕਿ ਜੋ ਮਾਇਆ ਹੈ ਇਹ ਮੋਹ ਦਾ ਨਾਮ ਹੈ, ਹੰਕਾਰ ਦਾ ਨਾਮ ਹੈ। ਪਾਤਸ਼ਾਹ ਜੀ ਆਨੰਦ ਸਾਹਿਬ ਦੇ ਵਿੱਚ ਫੁਰਮਾਨ ਕਰਦੇ ਹਨ। ਮਹਾਰਾਜ ਕਹਿੰਦੇ ਨੇ ਕਿ ਜੈਸੀ ਅਗਨ ਉਦਰ ਮਹਿ ਹੈ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਕੋ ਜਿਹੀ ਕਰਤਾ ਹੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਦੀ ਡੈਫੀਨੇਸ਼ਨ ਕੀ ਆ? ਇਹ ਮਾਇਆ, ਮਾਇਆ ਦੀ ਇਹ ਡੈਫੀਨੇਸ਼ਨ ਪਰਿਭਾਸ਼ਾ ਹੈ, ਜਿਤ ਹਰ ਵਿਸਰੈ। ਜਿਸ ਵਿੱਚ ਲੱਗ ਕੇ ਵਾਹਿਗੁਰੂ ਭੁੱਲ ਜਾਏ, ਭਾਵੇਂ ਪੱਖਾ ਹੀ ਹੈ, ਗਰਮੀ ਲੱਗੂਗੀ, ਮੁੜਕਾ ਆਏਗਾ, ਨੀਂਦਰ ਨਹੀਂ ਆਏਗੀ। ਏਸੀ ਲਾ ਲਿਆ, ਪੱਖਾ ਲਾ ਲਿਆ, ਬਾਣੀ ਪੜ੍ਹਦੇ ਪੜ੍ਹਦੇ ਨੀਂਦਰ ਆ ਗਈ। ਜੇ ਢੋਲ ਆ ਲਈ, ਕੰਧ ਵੀ ਮਾਇਆ। ਬੰਦਾ ਐਕਟੀਵਿਟੀ ਨਾਲ ਚੌਂਕੜਾ ਮਾਰ ਕੇ ਬੈਠਾ ਰਹੂਗਾ ਤਾਂ ਰੱਬ ਚੇਤੇ ਰਹੂਗਾ। ਕੰਧ ਨਾਲ ਢੋਲ ਲੱਗ ਗਈ, ਰੱਬ ਭੁੱਲ ਗਿਆ, ਬਾਣੀ ਪੜ੍ਹਦਿਆਂ ਪੜ੍ਹਦਿਆਂ ਨੀਂਦਰ ਆ ਗਈ। ਮਤਲਬ ਕੰਧ ਵੀ ਮਾਇਆ। ਛੋਟੇ ਬੱਚੇ ਨੇ ਤੇ ਉਹਨਾਂ 'ਚ ਚਿੱਤ ਜੁੜ ਗਿਆ, ਜ਼ਬਾਨੀ ਬਾਣੀ ਪੜ੍ਹ ਰਹੇ ਸੀ, ਉਹ ਭੁੱਲ ਗਈ। ਤੇ ਇਸ ਤਰੀਕੇ ਦੇ ਨਾਲ ਉਹ ਬੱਚੇ ਵੀ ਮਾਇਆ।
ਬੱਚੇ ਵਾਸਤੇ ਦੁੱਧ ਮਾਇਆ ਹੈ, ਕਿਉਂਕਿ ਦੁੱਧ ਵਿੱਚ ਉਹਦਾ ਚਿੱਤ ਲੱਗਿਆ ਹੋਇਆ ਹੈ। ਤੋ ਜਿਸ ਵਿੱਚ ਚਿੱਤ ਜੁੜ ਗਿਆ ਤੇ ਵਾਹਿਗੁਰੂ ਭੁੱਲ ਗਿਆ, ਸੋ ਕਹੀਏ ਮਾਇਆ। ਜ਼ਰੂਰੀ ਨਹੀਂ ਵੀ ਕੈਸ਼ ਮਨੀ ਹੋਈ ਮਾਇਆ ਹੈ। ਇਹ ਮਾਇਆ ਜੇ ਧਰ ਵਿਸਰੈ ਮੋਹ ਉਪਜੈ, ਜਿਹਦੇ ਤੋਂ ਮੋਹ ਪੈਦਾ ਹੋ ਗਿਆ। ਇਹ ਮਾਇਆ ਜੇ ਧਰ ਵਿਸਰੈ ਮੋਹ ਉਪਜੈ ਤੇ ਪਰਿਵਾਰ ਭੜਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜੇ ਧਰ ਵਿਸਰੈ ਤੇ ਮੋਹ ਉਪਜੈ। ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਿਭਾਸ਼ਾ ਦਿੱਤੀ ਹੈ ਕਿ ਜਿੰਨੇ ਵੀ ਤਿਆਗੀ ਨੇ, ਵੈਰਾਗੀ ਨੇ, ਸੰਨਿਆਸੀ ਨੇ, ਗ੍ਰਸਤੀ ਨੇ, ਮੜੀਆਂ ਮਸਾਣਾਂ ਦੇ ਵਿੱਚ ਸਭਨਾਂ ਨੂੰ ਮਲੇਟਿਆ, ਕੋਈ ਬੰਦਾ ਨਹੀਂ ਛੱਡਿਆ। ਜੰਗਲਾਂ 'ਚ ਰਹਿਣ ਵਾਲੇ ਉੱਠ ਕੇ ਉਹਨਾਂ ਦੇ ਪੱਲੇ ਨਾਲ ਲੱਗੀ ਹੋਈ ਜਿਸ ਤਰ੍ਹਾਂ ਘਰ ਵਾਲੀ ਬਣੀ ਹੋਵੇ। ਊਠਤ ਨਾ ਕਹਿ ਲਾਗੀ ਬਲੀਆ, ਬਲੀਆ ਮਤਲਬ ਪਿੱਛੇ ਪਿੱਛੇ ਲੱਗੀ ਫਿਰਦੀ ਹੈ। ਕਾਟੇ ਬੰਧਨ ਠਾਕੁਰ ਜਾ ਕੇ। ਹਾਂ, ਗੱਲ ਤਾਂ ਮਾਲਕ ਦੀ ਕਿਰਪਾ ਦੀ ਹੈ। ਜਿਨ੍ਹਾਂ ਪੁਰਖਾਂ ਦੇ ਮਾਲਕ ਸੁਆਮੀ ਪਰਮੇਸ਼ਰ ਨੇ ਮਾਇਆ ਦੇ ਮੋਹ ਰੋਗ ਜਾਂ ਜੰਮਣ ਮਰਨ ਦੇ ਜਿਹੜੇ ਬੰਧਨ ਜੰਜਾਲ ਨੇ ਉਹ ਕੱਟ ਦਿੱਤੇ ਹਨ। ਹਰ ਹਰ ਨਾਮ ਬਸਿਓ ਜੀ ਤਾਕੈ। ਹਰੀ ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਜੀ ਹਿਰਦੇ ਵਿੱਚ ਵਸ ਗਿਆ ਹੈ। ਸਾਧ ਸੰਗ ਭਈ ਜਨ ਮੁਕਤੇ। ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਦੁਆਰਾ ਉਹ ਨਾਮ ਜਪ ਕਰਕੇ ਗੁਰਮੁਖ ਜਨ ਮਾਇਆ ਦੇ ਮੋਹ ਤੋਂ ਮੁਕਤੇ ਸੁਤੰਤਰ ਹੋਏ ਹਨ। ਗਾਤਮ ਪਾਈ ਨਾਨਕ ਨਦਰ ਨਹਲੀਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਇਹ ਉਹਨਾਂ ਨੇ ਗਾਤ ਮੁਕਤੀ ਪਾਈ ਹੈ। ਹਰ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਹ ਨਿਹਾਲ ਕਰ ਦਿੱਤੇ ਹਨ। ਨਿਹਾਲ ਹਾਲ ਨਾਮ ਹੈ ਦੁੱਖਾਂ ਦਾ, ਦੁੱਖਾਂ ਤੋਂ ਰਹਿਤ ਕਰ ਦਿੱਤੇ ਹਨ। ਇਸੇ ਪ੍ਰਕਾਰ ਗਤ ਸਾਧ ਸੰਗ ਭਈ ਜਨ ਮੁਕਤੇ। ਜੋ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਇਸ ਮਾਇਆ ਦੇ ਮੋਹ ਤੋਂ ਛੁੱਟ ਗਏ ਹਨ ਸੰਗਤ ਦੀ ਕਿਰਪਾ ਦੇ ਨਾਲ। ਗਤ ਪਾਈ ਨਾਨਕ ਨਦਰ ਨਹਲੀਆ। ਜਦ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਗਤ ਮੁਕਤੀ ਪਾਈ ਤਦ ਉਹ ਨਿਹਾਲ ਹੋ ਗਏ। ਸੋ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਣ ਦੀ ਕੀ ਨਿਸ਼ਾਨੀ ਹੈ ਕਿ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ ਹੈ। ਸਭ ਤੋਂ ਪਹਿਲਾਂ ਪੂਰਨ ਬ੍ਰਹਮ ਗਿਆਨੀ ਸਾਧੂ ਦੀ ਸੰਗਤ ਮਿਲਦੀ ਹੈ। ਸੰਗਤ ਦੇ ਵਿੱਚੋਂ ਫਿਰ ਨਾਮ ਦੀ ਬਖਸ਼ਿਸ਼ ਹੁੰਦੀ ਹੈ। ਫਿਰ ਨਾਮ ਜਪ ਕਰਕੇ ਤੇ ਮੋਹ ਮਾਇਆ ਦੇ ਬੰਧਨਾਂ ਤੋਂ ਰਹਿਤ ਹੋ ਜਾਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਸਿਓ ਰੰਗ। ਜਿਵੇਂ ਜਿਵੇਂ ਸੋ ਵਾਹਿਗੁਰੂ ਦੀ ਕਿਰਪਾ ਹੋਵੇ ਤਿਵੇਂ ਤਿਵੇਂ ਸਾਧ ਸੰਗਤ ਪਿਆਰੀ ਲੱਗਦੀ ਹੈ ਤੇ ਸੰਗਤ ਦੇ ਵਿੱਚ ਸਮਾਂ ਵੱਧਦਾ ਹੈ। ਤਿਵੇਂ ਤਿਵੇਂ ਨਾਮ ਜਪ ਜਪ ਕਰਕੇ ਤੇ ਮਨ ਦਾ ਪਿਆਰ ਨਾਮ ਦੇ ਵਿੱਚ ਜੁੜ ਕੇ ਤੇ ਜਿਹੜਾ ਮਨ ਦਾ ਲਗਾਵ ਹੈ ਉਹ ਨਾਮ ਦੇ ਵਿੱਚ ਲੱਗੀ ਜਾਂਦਾ, ਮਾਇਆ ਦਾ ਮੋਹ ਘਟੀ ਜਾਂਦਾ ਹੈ। ਇਸ ਲਈ ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੈ, ਭਾਵੇਂ ਉਹ ਗ੍ਰਸਤੀ ਹੈ, ਬਾਲ ਬੱਚੇਦਾਰ ਹੈ, ਲਾਣੇਦਾਰ, ਪੈਲੀ ਬੰਨੇ ਵਾਲਾ, ਕਾਰੋਬਾਰੀ, ਨੌਕਰੀ ਪੇਸ਼ੇ ਵਾਲਾ, ਤੇ ਭਾਵੇਂ ਉਹ ਸਾਧ ਹੈ, ਤਿਆਗੀ ਹੈ, ਵੈਰਾਗੀ ਹੈ, ਬਚਿਆ ਉਹ ਹੈ ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ। ਮਹਾਰਾਜ ਨੇ ਸਾਫ ਲਫ਼ਜ਼ਾਂ ਜਾ ਕਿਹਾ ਕਿ ਮਨਮੁਖ ਖਾਧੇ ਗੁਰਮੁਖੀ ਉਭਰੇ। ਮਨਮੁਖ ਤਾਂ ਖਾਧੇ ਗਏ ਨੇ, ਗੁਰਮੁਖ ਭਾਵੇਂ ਗ੍ਰਸਤੀ ਨੇ ਤੇ ਭਾਵੇਂ ਸਾਧ ਨੇ ਉਹ ਬਚ ਗਏ ਹਨ। ਜਿਨੀ ਸੱਚ ਨਾਮ ਜਿੱਤ ਲਾਇਆ, ਜਿਨ੍ਹਾਂ ਨੇ ਆਪ ਦਾ ਚਿੱਤ ਸੱਚੇ ਨਾਮ ਵਾਹਿਗੁਰੂ ਦੇ ਵਿੱਚ ਲਾਇਆ ਹੋਇਆ। ਵੇਖੋ ਜੇ ਕਹੀਏ ਵੀ ਗ੍ਰਸਤੀ ਮਾੜੇ ਨੇ ਤੇ ਸਤਿਗੁਰੂ ਸਾਹਿਬ ਆਪ ਵੱਡੇ ਗ੍ਰਸਤੀ ਹੋਏ ਨੇ। ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ। ਜੇ ਕਹੀਏ ਕਿ ਰਾਜ ਭਾਗ ਜਾਂ ਮਾਇਆ ਮਾੜੀ ਹੈ, ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਰਿਹਾ ਹੈ, ਕੋਈ ਉਹਨੂੰ ਮਾੜਾ ਨਹੀਂ ਕਹਿੰਦਾ, ਕੋਈ ਬੁਰਾ ਨਹੀਂ ਬੋਲਦਾ। ਮੈਂ ਕਿਸੇ ਕੋਲੋਂ ਨਿੰਦਿਆ ਨਹੀਂ ਸੁਣੀ ਅੱਜ ਤੱਕ। ਉਹ ਵੇਖੋ ਕਿੰਨੇ ਗੁਰਮੁਖ ਸੀਗੇ, ਕਿੰਨਾ ਉਹਨਾਂ ਦਾਨ ਗੁਣ ਕੀਤਾ। ਹਰਿਮੰਦਰ ਸਾਹਿਬ 'ਤੇ ਸੋਨਾ ਅਜੇ ਤੱਕ ਉਹਨਾਂ ਦਾ ਨਾਮ ਉਹਦੇ 'ਤੇ ਲਿਖਿਆ ਹੋਇਆ ਹੈ। ਗਿਆਨੀ ਸੰਤ ਸਿੰਘ ਜੋ ਟਕਸਾਲ ਦੇ ਤੀਸਰੇ ਮੁਖੀ ਹੋਏ, ਉਹਨਾਂ ਦੀ ਮਤਹਿਤੀ ਸਹਿ
ਜਥੇਦਾਰੀ ਹੇਠ ਸੋਨੇ ਦੀ ਸੇਵਾ ਕਰਵਾਈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਲੀ ਤੋਂ ਸਾਧ ਸੰਗਤ ਜੀ ਸਭਾ ਗੇਟ ਉੱਪਰ ਤਖਤ ਆਪ ਦਾ ਰਚਿਆ। ਅੱਜ ਵੀ ਉਹ ਤਖਤ ਜੇ ਲੈਵਲ ਮਿਸਤਰੀ ਕੱਢ ਲੈਣ ਤੇ ਜਿਹੜਾ ਦਿੱਲੀ ਦਾ ਲਾਲ ਕਿਲ੍ਹਾ, ਉਸ ਤਖਤ ਤੋਂ ਅਕਾਲ ਤਖਤ ਅਜੇ ਵੀ ਲੈਵਲ ਦੇ ਮੁਤਾਬਕ ਉੱਚਾ ਹੀ ਨਿਕਲਿਆ। ਮਹਾਰਾਜ ਤਖਤ 'ਤੇ ਬੈਠਦੇ ਸੀਗੇ, ਰਾਜੇ ਮਹਾਰਾਜਿਆਂ ਵਾਂਗ ਕਲਗੀ ਲਾਉਂਦੇ ਸਨ, ਸ਼ਸਤਰ ਧਾਰੀ ਸੀ, ਫੌਜਾਂ ਰੱਖੀਆਂ ਹੋਈਆਂ ਸਨ। ਕਿਸੇ ਨੇ ਸਵਾਲ ਕੀਤਾ ਸੀਗਾ ਵੀ ਦੌਲਤ ਕੀ ਤੇ ਫਕੀਰੀ ਕੀ ਤੇ ਇਸਤਰੀ ਕੀ ਤੇ ਈਮਾਨ ਕੀ। ਇਉਂ ਮਹਾਰਾਜ ਨੇ ਜਵਾਬ ਦਿੱਤਾ ਸੀ ਵੀ ਦੌਲਤ ਗੁਜ਼ਰਾਨ, ਇਸਤਰੀ ਈਮਾਨ ਤੇ ਜੋ ਪੁੱਤਰ ਹੈ ਉਹ ਨਿਸ਼ਾਨ। ਕੋਈ ਚੀਜ਼ ਵਾਧੂ ਹੈ ਤਾਂ ਦੱਸ ਭਾਈ। ਮੀਆਂ ਦੌਲਾ ਨੂੰ ਉੱਤਰ ਦਿੱਤਾ ਗੁਜਰਾਤ ਪਾਕਿਸਤਾਨ ਦੇ ਵਿੱਚ। ਇਹ ਮਾਰੇ ਕਹਿੰਦੇ ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ, ਗ੍ਰਸਤੀਆਂ ਵਿੱਚੋਂ ਤੂੰ ਵੱਡਾ ਗ੍ਰਸਤੀ ਹੋਇਆ। ਬੱਚੇ ਜੰਮਣੇ ਮਾੜੇ ਨਹੀਂ, ਉਹਨਾਂ ਦਾ ਮੋਹ ਮਾੜਾ, ਉਹਨਾਂ ਦੇ ਪਿੱਛੇ ਲੱਗ ਕੇ ਬਰਬਾਦੀ ਕਰਨੀ ਮਾੜੀ ਆ। ਛੇਵੇਂ ਪਾਤਸ਼ਾਹ ਨੇ ਵੇਖੋ ਨਿਰਾਪੁਰਾ ਕੁਲਾਂ ਚਲਾਉਣ ਵਾਲੀ ਗੱਲ ਨੂੰ ਮੁੱਖ ਨਹੀਂ ਰੱਖਿਆ। ਆਪਦੇ ਸਾਹਿਬਜ਼ਾਦਿਆਂ ਨੂੰ ਕੌਮ ਤੋਂ ਮਾਰ ਕੇ ਇਹ ਗੱਲ ਸਿੱਧ ਕਰ ਦਿੱਤੀ ਕਿ ਬੱਚਿਆਂ ਦੇ ਨਾਲ ਹੀ ਕੁਲਾਂ ਨਹੀਂ ਚੱਲਦੀਆਂ, ਉਹਨਾਂ ਦੀ ਕੁਰਬਾਨੀ ਨਾਲ ਵੀ ਕੁਲਾਂ ਚੱਲਦੀਆਂ ਹਨ। ਸਤਿਗੁਰੂ ਜੀ ਨੇ ਆਪਦੀ ਜੋ ਬਿੰਦੀ ਔਲਾਦ ਸੀਗੀ ਇਹਨੂੰ ਮਾਰ ਕੇ ਨਾਦੀ ਔਲਾਦ ਨੂੰ ਤਰਜੀਹ ਦੇ ਕੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸਾ ਮੇਰਾ ਪੁੱਤਰ ਹੈ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ। ਜਦ ਬਾਬੇ ਅਟਲ ਰਾਏ ਦੀ ਸ਼ਿਕਾਇਤ ਆਈ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਉਸੇ ਵੇਲੇ ਝਿੜਕ ਦਿੱਤਾ, ਇਹ ਗੁਰੂ ਘਰ ਦੀ ਮਰਿਆਦਾ ਤੋਂ ਉਲਟ ਚੱਲਿਆ। ਪੁੱਤਰ ਦਾ ਮੋਹ ਤਿਆਗ ਕੇ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖਿਆ ਤੇ ਬਾਬੇ ਅਟਲ ਰਾਏ ਨੂੰ ਸਵਾਸ ਤਿਆਗਣੇ ਪਏ ਸਨ। ਸ਼੍ਰੀ ਬਾਬਾ ਗੁਰਦਿੱਤਾ ਜੀ ਕਿੱਡੇ ਜਥੇਦਾਰ ਸਨ, ਸਿਆਣੇ ਸੀਗੇ। ਸਾਰੇ ਪਰਿਵਾਰ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਕੀ ਡਰੌਲੀ ਜਾਣ ਨੂੰ ਭਾਈ ਕੀ ਡਰੌਲੀ ਉੱਥੇ ਪਹੁੰਚ ਕੇ ਅੰਮ੍ਰਿਤਸਰ ਤੋਂ ਆਪ ਨਾਨਕ ਮੱਤੇ ਅਲਮਸਤ ਸਾਹ ਦੀ ਰੱਖਿਆ ਕਰਨੀ ਜਾਣਾ ਸੀ ਤੇ ਭਾਈ ਗੁਰਦਿੱਤਾ ਸਾਰਾ ਪਰਿਵਾਰ ਡਰੌਲੀ ਪਹੁੰਚਾਇਆ। ਫਿਰ ਭਾਈ ਕੀ ਡਰੌਲੀ ਤੋਂ ਮਾਰਨੇ ਮਹਾਰਾਜ ਜਾਣਾ ਸੀ ਜੰਗ ਕਰਨ ਲਈ ਤੇ ਉਧਰੋਂ ਬਾਬੇ ਗੁਰਦਿੱਤੇ ਨੂੰ ਸਾਰੇ ਟੱਬਰ ਦੀ ਜ਼ਿੰਮੇਵਾਰੀ ਦੇ ਕੇ, ਕਿਉਂਕਿ ਵੱਡੇ ਸੀ, ਕਰਤਾਰਪੁਰ ਤੋਰਿਆ। ਕਰਤਾਰਪੁਰ ਤੋਂ ਫਿਰ ਕੀਰਤਪੁਰ ਸਾਹਿਬ ਤੋਰਿਆ। ਉਹਨਾਂ ਨੇ ਕੀਰਤਪੁਰ ਨਗਰ ਵਸਾਇਆ, ਪੂਰੀ ਜ਼ਿੰਮੇਵਾਰੀ ਨਿਭਾਈ। ਜਦ ਮਰੀ ਗਾਂ ਜਿਉਂਦੀ ਕਰ ਦਿੱਤੀ, ਮਰਿਆਦਾ ਤੋਂ ਉਲਟ ਸਮਝ ਕੇ ਮਹਾਰਾਜ ਨਾਰਾਜ਼ ਹੋ ਗਏ। ਉਹਨਾਂ ਨੂੰ ਆਪਦਾ ਸਰੀਰ ਤਿਆਗਣਾ ਪਿਆ, ਮੋਹ ਨਹੀਂ ਕੀਤਾ ਪੁੱਤਰਾਂ ਦਾ। ਗੁਰੂ ਹਰਗੋਬਿੰਦ ਸਾਹਿਬ ਨੇ ਆਪਦੀ ਮਰਜ਼ੀ ਨਾਲ ਆਪ ਕਹਿ ਕੇ ਕਹਿੰਦੇ ਜਾਂ ਮੈਂ ਰਹਾਂਗਾ ਜਾਂ ਤੁਸੀਂ ਰਹੋਗੇ। ਫਿਰ ਉਹਨੂੰ ਕੀ ਆਖਾਂਗੇ, ਮਾਇਆ ਤਾਂ ਨਹੀਂ ਆਖਾਂਗੇ। ਗੁਰੂ ਸਾਹਿਬ ਨੇ ਮੋਹ ਹੀ ਨਹੀਂ ਕੀਤਾ, ਮਰਿਆਦਾ ਨੂੰ ਗੁਰੂ ਘਰ ਨੂੰ ਮੁੱਖ ਰੱਖ ਕੇ ਇਹ ਬਚਨ ਕਰ ਦਿੱਤਾ। ਪਰਮੇਸ਼ਰ ਦੇ ਸਨਮੁਖ ਰਹੇ ਤੇ ਵੇਖੋ ਪੁੱਤਰਾਂ ਦਾ ਮੋਹ ਤਿਆਗ ਦਿੱਤਾ। ਫਿਰ ਬਾਬੇ ਗੁਰਦਿੱਤੇ ਨੂੰ ਚੜ੍ਹਾਈ ਕਰਨਾ ਪਿਆ। ਸ੍ਰੀ ਗੁਰੂ ਹਰਿ ਸਾਹਿਬ ਨੂੰ ਪਤਾ ਲੱਗਾ ਵੀ ਇਹਨਾਂ ਬਾਣੀ ਬਦਲ ਦਿੱਤੀ ਆ। ਸ੍ਰੀ ਬਾਬਾ ਰਾਮ ਰਾਏ ਨੂੰ ਬਚਨ ਕਰ ਦਿੱਤਾ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਤੁਰ ਜਾਏ। ਜੇ ਮਾਇਆ ਵਿੱਚ ਖਚਤ ਹੁੰਦੇ ਤਾਂ ਪੁੱਤਰ ਮੋਹ ਦਾ ਤਿਆਗ ਕਿਵੇਂ ਕਰ ਸਕਦੇ ਸਨ। ਇਸ ਵਾਸਤੇ ਕਲਗੀਧਰ ਨੇ ਦਾ ਵੇਖੋ ਆਪਦੀਆਂ ਅੱਖਾਂ ਸਾਹਮਣੇ ਵੱਡੇ ਸਾਹਿਬਜ਼ਾਦਿਆਂ ਨੂੰ ਮਾਰ ਕੇ ਉੱਚੀ ਉੱਚੀ ਜਕਾਰੇ ਛੱਡੇ। ਕੋਈ ਅਫਸੋਸ ਨਹੀਂ, ਕੋਈ ਰੋਣਾ ਨਹੀਂ, ਕੋਈ ਧੋਣਾ ਨਹੀਂ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਗੁਰੂ ਸਾਹਿਬ ਜੀ ਵੀਰ ਰਸ ਵਿੱਚ ਆ ਕੇ ਤੁਰਕਾਂ ਦੇ ਜੜ ਪੁੱਟਣ ਦੀ ਗੱਲ ਕਰ ਰਹੇ ਨੇ, ਕੋਈ ਅਫਸੋਸ ਨਹੀਂ ਕਰ ਰਹੇ। ਆਖਿਆ ਵੀ ਹੁਣ ਇਹਨਾਂ ਦੀ ਜੜ ਪੁੱਟੀ ਗਈ, ਜਿਹੜਾ ਨਿਸ਼ਾਨਾ ਸੀ ਮਿਥਿਆ ਸੀਗਾ, ਇਹਨਾਂ ਬੱਚਿਆਂ ਦੇ ਵਾਰ ਕੀਤਾ। ਸਾਡੇ ਨਾਲ ਗੱਲ ਕਰਦੇ ਤਾਂ ਅਸੀਂ ਇਹਨੂੰ ਜਵਾਬ ਦਿੰਦੇ, ਜਵਾਬ ਦਿੱਤਾ ਵੀ। ਤਾਂ ਇਸ ਤਰ੍ਹਾਂ ਇਹ ਗੁਰੂ ਘਰ ਦੀ ਮਰਿਆਦਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਦੀ ਕਿਰਪਾ ਹੋਈ ਆ ਉਹ ਛੁੱਟ ਗਏ ਨੇ। ਜਿਨ੍ਹਾਂ ਸੰਗਤ ਕੀਤੀ ਆ ਤੋ ਉਹ ਬਚ ਗਏ ਹਨ। ਜਿੰਨੇ ਸੰਤ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਸਭ ਪਰਿਵਾਰਾਂ ਵਾਲੇ ਹੋਏ ਨੇ। ਸਭ ਆਪਦੀ ਕਿਰਤ ਕਰਦੇ ਸਨ, ਪੈਸੇ ਨਾਲ ਗੁਜ਼ਾਰਾ, ਸਭ ਸੇਵਾ ਵੀ। ਇਹ ਮਹਾਰਾਜ ਕਹਿੰਦੇ ਸਾਧ ਸੰਗ ਭਏ ਜਨ ਮੁਕਤੇ। ਜਿਹੜੇ ਭਗਤ ਜਨ ਨੇ ਕਬੀਰ ਜੀ ਵਰਗੇ, ਨਾਮਦੇਵ ਜੀ ਵਰਗੇ, ਉਹ ਸੰਗਤ ਦੁਆਰਾ ਨਾਮ ਜਪ ਕੇ ਮਾਇਆ ਦੇ ਮੋਹ ਤੋਂ ਛੁੱਟ ਗਏ। ਗਤ ਪਾਈ ਨਾਨਕ ਨਦਰ ਨਿਹਰੀਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਨਾਲ ਭਾਈ ਮਰਦਾਨਾ ਸਾਹਿਬ ਜੀ ਵਰਗੇ ਰਬਾਬੀ ਗੁਰਸਿੱਖ ਗ੍ਰਸਤੀ ਹੋਣ ਦੇ ਬਾਵਜੂਦ ਵੀ
ਇੱਕ ਗਰੀਬੀ ਵਿੱਚ ਅਮੀਰ ਪੁਣੇ ਵਾਲੇ ਤਾਂ ਸੇਵਾ ਕਰਦੇ ਹੀ ਕਰਦੇ ਨੇ, ਜਿਨ੍ਹਾਂ ਨੂੰ ਰੱਬ ਨੇ ਦਿੱਤਾ ਹੋਇਆ। ਪੈਲੀ ਦਾ ਠੇਕਾ ਹੁੰਦਾ, ਕਿਸੇ ਦਾ ਕਾਰੋਬਾਰ ਚੱਲਦਾ, ਬਿਜ਼ਨਸ, ਉਹਨੂੰ ਆਪਦੀ ਕਮਾਈ ਆਉਂਦੀ ਹੈ। ਮਰਦਾਨੇ ਨੂੰ ਤਾਂ ਇੱਕ ਥੇਲੀ ਵੀ ਕਮਾਈ ਨਹੀਂ ਸੀ। ਵੇਖੋ ਗਰੀਬੀ 'ਚ ਰਹਿ ਕੇ ਸੇਵਾ ਕਰਨੀ ਕਿੰਨੀ ਔਖੀ ਹੈ। ਇਹੋ ਜਿਹੇ ਗੁਰਮੁਖ ਜੋ ਗੁਰੂ ਨਾਨਕ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਛੁੱਟ ਗਏ, ਉਹ ਨਿਹਾਲ ਹੋ ਗਏ, ਉਹਨਾਂ ਦਾ ਨਾਮ ਅਮਰ ਹੋ ਗਿਆ ਹੈ। ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ਿਓ। ਕਾਟੇ ਬੰਧਨ ਠਾਕੁਰ ਜਾ ਕੇ, ਹਰ ਹਰ ਨਾਮ ਬਸਿਓ ਜੀ ਤਾਕੇ। ਸਾਧ ਸੰਗ ਭਏ ਜਨ ਮੁਕਤੇ, ਗਤ ਪਾਈ ਨਾਨਕ ਨਦਰ ਨਹਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।